ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਸ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਬੇਸ਼ੁਮਾਰ ਮਸਲੇ ਲੈਂਦੇ ਹਾਂ। ਮਸਲੇ ਕੁਝ ਪੱਕਦੇ ਨੇ, ਕੁਝ ਧੁਖਦੇ ਨੇ ਅਤੇ ਕੁਝ ਸੋਲਵ ਵੀ ਹੋ ਗਏ ਨੇ, ਔਰ ਉਹਨਾਂ ਮਸਲਿਆਂ ਵਿੱਚ ਅਸੀਂ ਕੁਝ ਚੁਣਵੇਂ ਮਸਲਿਆਂ ਨੂੰ ਤਰਜੀਹ ਦੇਵਾਂਗੇ। ਅਤੇ ਮੈਂ ਖੰਨਾ ਜੀ ਇਹ ਕਹਿਣਾ ਕਿ ਉਹ ਮਸਲਾ ਲਿਆ ਜਾਵੇ ਜਿਹੜਾ ਇਸ ਵੇਲੇ ਬਿਲਕੁਲ ਧੁਖ ਵੀ ਰਿਹਾ ਔਰ ਲੋਕਾਂ ਤੱਕ ਉਹਦੀ ਸ਼ੋ ਵੀ ਪਹੁੰਚ ਰਹੀ ਆ ਔਰ ਸੇਕ ਵੀ ਪਹੁੰਚ ਰਿਹਾ। ਉਹ ਕਿਹੜਾ ਮਸਲਾ ਸਾਡੇ ਦੇਸ਼ ਦਾ ਜਾਂ ਬਾਹਰਲੇ ਦੇਸ਼ ਦਾ ਜਾਂ ਕਿਸੇ ਸੂਬੇ ਦਾ? ਵੈਸੇ ਮੈਨੂੰ ਬਹੁਤ ਚੰਗੀ ਲੱਗੀ ਤੁਹਾਡੀ ਇਹ ਸ਼ਬਦਾਵਲੀ। ਕੁਝ ਧੁਖਦੇ ਨੇ, ਕੁਝ ਪੱਕਦੇ ਨੇ, ਕੁਝ ਠੰਡੇ ਵੀ ਪੈ ਗਏ ਨੇ। ਉਹੀ ਹੈ, ਧੁਖਦੇ ਭਖਦੇ ਹੁੰਦੇ ਆ ਨਾ, ਉਹੀ ਹੁੰਦੇ ਆ। ਧੁਖ ਦਾ ਮਤਲਬ ਹੁੰਦਾ ਵੀ ਅਜੇ ਪੂਰਾ ਨਹੀਂ ਹੋਇਆ, ਧੂੰਆਂ ਰੋਲੀ ਆ। ਧੂੰਆਂ ਰੋਲੀ ਤੋਂ ਮਤਲਬ ਅੱਗੇ ਅੰਨਾ ਪਾਣਾ ਹੈ, ਨਹੀਂ ਨਜ਼ਰ ਆ ਰਿਹਾ ਵੀ ਆਂਦਾ ਤੂੰ ਰੋਣਾ ਕਿਉਂ ਆਂਦਾ ਥਾਲੀ 'ਚ ਕੁਝ ਨਹੀਂ ਨਜ਼ਰ ਆਉਂਦਾ। ਚਲੋ, ऑनलाइन सब कुछ ही ऑनलाइन है। वाह, शॉपिंग ऑनलाइन, जी जी है ना। ऑर्डर करो किसी खान पीन का ऑनलाइन, सब कुछ ऑनलाइन आजकल। आजकल जुआ भी ऑनलाइन यार। अच्छा, यूके ਦੇ ਵਿੱਚ ऑनलाइन जुआ ਖੇਡੋ। क्या बात। ਔਰ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠੇ ਹੋ, ਉੱਥੇ ਵਸਦੇ ਹੋ, ਪਰ ਇਹ ਆਨਲਾਈਨ ਜੂਆ ਤੁਸੀਂ ਖੇਡ ਸਕਦੇ ਹੋ। ਸੋ ਬ੍ਰਿਟੇਨ ਵਿੱਚ 1 ਕਰੋੜ 38 ਲੱਖ ਪੱਕੇ ਜੁਆਰੀਏ ਬਣ ਚੁੱਕੇ ਨੇ। ਸੋ ਖੁਦਕੁਸ਼ੀ ਤੇ ਤਲਾਕ ਦੇ ਮਾਮਲੇ ਵੀ ਵਧੇ ਨੇ ਤੇ ਮਾਹਿਰ ਕਹਿੰਦੇ ਨੇ ਜੀ ਕਰੋਨਾ ਤੋਂ ਵੀ ਖਤਰਨਾਕ ਬਿਮਾਰੀ ਹੈ ਇਹ ਜੁਆਰੀਆਂ ਦੀ ਬਿਮਾਰੀ। ਔਰ ਵਾਕਈ ਇੱਕ ਨਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨੇ, ਜੂਆ ਕਿਸੇ ਕਾ ਨਾ ਹੁਆ, ਕਿਸੇ ਕਾ ਨਾ ਹੁਆ। ਜੂਏ ਵਰਗੀ ਕੋਈ ਚੀਜ਼ ਨਹੀਂ ਜੇ ਉਹਦੇ 'ਚ ਹਾਰਨਾ ਨਾ ਹੋਵੇ। ਵਾਕਿਆ ਤੁਸੀਂ ਗੱਲ ਠੀਕ ਕੀਤੀ ਹੈ ਔਰ ਵਿਸ਼ਾ ਵੀ ਬੜਾ ਇਸ ਵੇਲੇ ਟੁਕਮਾ ਮੀਨਸ ਹੈਗਾ ਸੁਟੇਬਲ ਆ ਕਿ ਇਸ ਵੇਲੇ ਜਿਹੜੀ ਆਨਲਾਈਨ ਚੱਲ ਰਹੀ ਹੈ ਨਾ ਬਦਮਾਸ਼ੀ, ਜਿਹਦੇ ਵਿੱਚ ਲੋਕ ਚੀਟਿੰਗ ਕਰ ਰਹੇ ਆ, ਪੈਸਾ ਵੀ ਬਟੋਰ ਰਹੇ ਆ ਔਰ ਉਹਦੇ 'ਚ ਆਨਲਾਈਨ ਜੂਆ ਗੈਂਬਲਿੰਗ ਜਿਹੜੀ ਹੋ ਰਹੀ ਆ ਉਹ ਖਾਸ ਤੌਰ 'ਤੇ ਇਸ ਵੇਲੇ ਜਿਹੜੀ ਸੈਂਟਰਲ ਹੱਬ ਆ ਉਹ ਬ੍ਰਿਟੇਨ ਆ। ਔਰ ਉਹਦੇ ਵਿੱਚ ਤੁਸੀਂ ਦੱਸਿਆ 1 ਕਰੋੜ 38 ਲੱਖ 1.5 ਕਰੋੜ ਦੇ ਕਰੀਬ ਲੋਕਾਂ ਨੂੰ ਜੂਏ ਦੀ ਲੱਤ ਲੱਗ ਗਈ ਆ ਨਸ਼ੇ ਵਾਂਗੂ, ਔਰ ਇਸ ਤੋਂ ਉਹ ਦੂਰ ਨਹੀਂ ਜਾ ਸਕਦੇ। ਔਰ ਇਹਦੇ ਵਿੱਚ ਕਈ ਅਪਰਾਧ ਵੀ ਹੈਗੇ ਆ, ਕਈ ਪੈਸਾ ਬਟੋਰਨ ਦੇ ਮਸਲੇ ਵੀ ਹੈਗੇ ਆ, ਕਿਉਂਕਿ ਉੱਥੋਂ ਦਾ ਜਿਹੜਾ ਪਾਊਂਡ ਆ ਉਹ ਵੈਸੇ ਵੀ ਮਹਿੰਗਾ ਹੈਗਾ ਬਹੁਤ। ਬਾਹਰਲੇ ਦੇਸ਼ਾਂ ਨਾਲ ਜਦੋਂ ਇਹ ਖੇਡ ਰਹੇ ਆ, ਗੈਂਬਲਿੰਗ ਕਰਦੇ ਆ, ਤਾਂ ਉਹਦੇ ਵਿੱਚ ਇਹਨਾਂ ਦਾ ਆਪਣਾ ਪਾਊਂਡ ਲੱਗ ਕੇ ਦੂਜਿਆਂ ਤੋਂ ਫਾਇਦੇ 'ਚ ਤਾਂ ਜਾਂਦੇ ਹੀ ਆ। ਜੇ ਹਾਰ ਗਏ ਤਾਂ ਉਹ ਅਗਲਾ ਜਿਹੜਾ ਜਿੱਤੂਗਾ, ਜਿਹਦੇ ਵਿੱਚ ਉਹਦੇ ਨਾਲ ਚੱਲ ਰਹੀ ਗੇਮ। ਔਰ ਦੂਜੀ ਗੱਲ ਹੈਗੀ ਇਹਦੇ ਵਿੱਚ ਬੱਚੇ ਵੀ ਆ ਗਏ ਆ, ਛੋਟੇ ਬੱਚੇ ਜਿਹੜੇ ਆ 7 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਦਰਮਿਆਨ ਹੈਗਾ, ਉਹ ਬੱਚੇ ਵੀ ਖੇਡ ਰਹੇ ਆ। ਬੱਚੇ ਵੀ ਬੜਾ ਨੁਕਸਾਨਦੇਹ ਜਿਹੜਾ ਇਹ ਉਠਾ ਰਹੇ ਆ ਔਰ ਉਹਦੇ 'ਚ ਪੇਰੈਂਟਸ ਨੂੰ ਜ਼ਿਆਦਾ ਖਾਸ ਤੌਰ 'ਤੇ ਇਹਦਾ ਨੁਕਸਾਨ ਹੋਇਆ। ਔਰ ਬੱਚਿਆਂ ਨੇ ਕਬੂਲਿਆ ਕਿ ਅਸੀਂ ਜਿਹੜਾ ਪੈਸਾ ਕੱਢਿਆ ਮਾਂ ਪਿਓ ਤੋਂ ਚੋਰੀ ਕੱਢ ਰਹੇ। ਦੇਖ ਲਓ, ਇੱਦਾਂ ਦਾ ਸੁਪਰ ਕੰਟਰੀ ਆ ਬ੍ਰਿਟੇਨ ਦੇ ਬੱਚੇ ਆ, ਸੂਝਵਾਨ ਪੜ੍ਹੇ ਲਿਖੇ, ਉਹ ਵੀ ਚੋਰੀ ਕਰਦੇ ਆ। ਇਹ ਚੋਰੀ ਦੀ ਲੱਤ ਕੌਣ ਲਾਉਂਦਾ ਹੈਗਾ? ਜੂਆ, ਗੈਂਬਲਿੰਗ, ਜਿਹਦੇ ਵਿੱਚ ਕੌਰਵਾਂ ਪਾਂਡਵਾਂ ਦਾ ਜੂਆ ਨਹੀਂ ਹੋਇਆ, ਉਹਨਾਂ ਨੇ ਆਪਣਾ ਰਾਜ ਹਰਾ ਦਿੱਤਾ, ਬੜਾ ਕੁਛ ਹੋਇਆ, ਹਿਸਟਰੀ ਦੱਸਦੀ ਹੈ। ਦੇਖੋ, ਜੂਏ ਨੇ ਤਾਂ ਵੱਡੇ ਵੱਡੇ ਘਰ ਤਬਾਹ ਕਰ ਦਿੱਤੇ ਜੀ, ਵੱਡੇ ਵੱਡੇ ਬਿਜ਼ਨਸ ਤਬਾਹ ਕਰ ਦਿੱਤੇ। ਔਰ ਕਈ ਵਾਰ ਲੱਗਦਾ ਨਾ ਜਿਵੇਂ ਲੋਕ ਆਪਣੇ ਪੈਸੇ ਨੂੰ ਬੈਂਕਾਂ 'ਚ ਰੱਖਦੇ ਨੇ, ਉੱਥੋਂ ਇੰਟਰਸਟ ਮਿਲਦਾ, ਉੱਥੋਂ ਇੰਟਰਸਟ ਘਟਾ ਦਿੰਦੀ ਗੌਰਮੈਂਟ, ਤਾਂ ਫਿਰ ਆਪਸ਼ਨ ਕੀ ਬਚਦੀ ਆ? ਸ਼ੇਅਰ ਮਾਰਕੀਟ, ਸਟਾਕ ਮਾਰਕੀਟ। ਕਈ ਵਾਰ ਮੈਨੂੰ ਉਹ ਵੀ ਲੱਗਦਾ ਕਿ ਇਹ ਵੀ ਜੂਆ ਹੀ ਖੇਡਦੇ ਪਏ ਨੇ। ਵਾਧਾ ਘਾਟਾ ਹੁੰਦਾ ਰਹਿੰਦਾ ਦਿਨੋਂ ਦਿਨ ਮਾਰਕੀਟ ਦੇ ਲਿਹਾਜ਼ ਨਾਲ, ਕਿਉਂਕਿ ਜਿਹਨੂੰ ਨੌਲੇਜ ਨਹੀਂ ਹੈਗੀ ਕਿੱਦਾਂ ਖੇਡੂਗਾ। ਬਾਕੀ ਰਿਹਾ ਮਿਊਚੁਅਲ ਫੰਡਸ, ਉੱਥੇ ਫੰਡ ਮੈਨੇਜਰ ਬੈਠੇ ਹੋਏ ਨੇ, ਤੁਹਾਨੂੰ ਗਾਈਡ ਜ਼ਰੂਰ ਕਰਦੇ ਨੇ, ਬਟ ਇੱਕ ਤਰ੍ਹਾਂ ਨਾਲ ਤੁਸੀਂ ਮਾਰਕੀਟ ਖੇਡਦੇ ਹੋ। ਜਦੋਂ ਤੁਸੀਂ ਮਾਰਕੀਟ ਖੇਡਦੇ ਹੋ ਤਾਂ ਕਿਤੇ ਨਾ ਕਿਤੇ ਉਹ ਇਸ਼ਾਰਾ ਜੂਏ ਵਾਲੀ ਚਲਾ ਜਾਂਦਾ ਹੈ। ਹਾਲਾਂਕਿ ਲੀਗਲਾਈਜ਼ਡ ਹੈ ਸਭ ਕੁਝ, ਫਿਰ ਵੀ ਸਾਡੇ ਬਜ਼ੁਰਗ ਇਹੀ ਕਹਿੰਦੇ ਨੇ ਜਿਹੜੇ ਸ਼ੇਅਰ ਮਾਰਕੀਟ ਖੇਡਦੇ ਨੇ ਨਾ, ਯਾਰ ਤੁਸੀਂ ਪੱਕੇ ਜੁਆਰੀਏ ਹੋ। ਸੋ ਉਹਨਾਂ ਦੀ ਆਪਣੀ ਧਾਰਨਾ, ਆਪਣੀ ਸੋਚ ਬਣੀ ਹੋਈ ਹੈ। ਪਰ ਕਿਤੇ ਨਾ ਦੇਖੋ, ਅਸੀਂ ਹਰ ਥਾਂ ਦੇ ਉੱਤੇ ਇੱਕ ਰਿਸਕ ਫੈਕਟਰ ਲੈ ਕੇ ਚੱਲਦੇ ਹਾਂ। ਲਾਈਫ ਦੇ ਵਿੱਚ ਹਰ ਥਾਂ 'ਤੇ ਰਿਸਕ ਹੈ। ਔਰ ਕਈ ਵਾਰ ਕਈ ਲੋਕ ਜ਼ਿੰਦਗੀ ਨੂੰ ਵੀ ਜੂਆ ਕਹਿ ਦਿੰਦੇ ਨੇ ਕਿ ਹਾਰ ਜਿੱਤ ਹੁੰਦੀ ਹੈ, ਬਟ ਜ਼ਿੰਦਗੀ ਜੂਆ ਨਹੀਂ ਹੈ। ਜ਼ਿੰਦਗੀ ਤੋਂ ਚੇਤਨਾ ਹੈ, ਜਾਗਰੂਕ ਹੋਣਾ ਹੈ। ਔਰ ਜਿੰਨੇ ਜ਼ਿਆਦਾ ਜਾਗਰੂਕ ਹੋਵਾਂਗੇ, ਉਹਨਾਂ ਇਹੋ ਜਿਹੀਆਂ ਲੱਤ ਜਿਹੜੀ ਲੱਗਦੀ ਹੈ ਜੂਏ ਦੀ ਲੱਤ, ਉਸ ਤੋਂ ਬਚਾਂਗੇ। ਸਾਡਾ ਅਵੇਅਰਨੈਸ ਜ਼ਰੂਰੀ ਹੈ, ਜਾਗਰੂਕ ਹੋਣਾ ਜ਼ਰੂਰੀ ਹੈ। ਮਾਂ-ਬਾਪ ਜਾਗਰੂਕ ਕਰਨ, ਪਰਿਵਾਰ ਜਾਗਰੂਕ ਕਰਨ, ਔਰ ਜਿਹਨੂੰ ਵੀ ਇਹ ਲੱਤ ਲੱਗੀ ਹੋਈ ਹੈ, ਰੱਬ ਬਚਾਏ ਉਹਨੂੰ। ਔਰ ਉਹਦੇ ਪੂਰੀ ਕਾਉਂਸਲਿੰਗ ਹੋਣੀ ਚਾਹੀਦੀ ਹੈ ਕਿ ਬਈ ਇਹਦੇ 'ਚ ਕੱਖ ਨਹੀਂ ਪਿਆ, ਇੱਕ ਲਾਲਚ ਹੈ। ਇਹ ਦਾਅ ਵੀ ਖੇਡ ਕੇ ਦੇਖਾ ਹੁਣ ਜਿੱਤ ਜੂੰਗਾ, ਇਹ ਦਾਅ ਵੀ ਖੇਡ ਕੇ ਦੇਖਾ ਹੁਣ ਜਿੱਤ ਜੂੰਗਾ। ਪਤਾ ਉਦੋਂ ਲੱਗਦਾ ਜਦੋਂ ਸਭ ਕੁਝ ਗਵਾ ਬੈਠੀਦਾ, ਕਿਉਂਕਿ ਜਿਹੜੇ ਜੂਆ ਖਿਡਾਉਂਦੇ ਨੇ ਉਹਨਾਂ ਨੂੰ ਜਦੋਂ ਤੱਕ ਪ੍ਰੋਫਿਟ ਨਹੀਂ ਹੋਏਗਾ, ਉਹ ਕਿੱਦਾਂ ਇਹ ਗੇਮ ਖੇਡ ਸਕਦੇ ਨੇ, ਕਿੱਦਾਂ ਇਹ ਬਿਜ਼ਨਸ ਕਰ ਸਕਦੇ ਨੇ। ਔਰ ਇਹ ਖੂਬ ਦੇਖੋ ਕੀ ਚੀਜ਼ ਹੈ। ਮੰਨ ਲਓ ਕੋਈ ਲਾਸ ਹੁੰਦਾ ਨਾ, ਤੇ ਲਾਸ ਸਭ ਵਿੱਚ ਬਰਾਬਰ ਵੰਡ ਦਿੰਦੇ ਨੇ, ਕਿਉਂਕਿ ਜੇ ਇੱਕ ਬੰਦੇ ਨੂੰ ਲਾਸ ਪਾ ਦਿੱਤਾ, ਹੋ ਸਕਦਾ ਉਹ ਗੇਮ ਤੋਂ ਬਾਹਰ ਹੋ ਜਾਏ, ਠੀਕ ਹੈ ਨਾ, ਹੋ ਸਕਦਾ ਮਾਰਕੀਟ ਹੀ ਛੱਡ ਜਾਏ। ਫਿਰ ਇੱਕ ਕਲਾਇੰਟ ਘਟ ਗਿਆ, ਕਲਾਇੰਟ ਨਹੀਂ ਘਟਣ ਦੇਣੇ, ਕਲਾਇੰਟ ਦੇ ਵਧਣੇ ਚਾਹੀਦੇ ਨੇ। ਇਸ ਕਰਕੇ ਲਾਸ ਨੂੰ ਸਭ 'ਚ ਵੰਡ ਦਿਓ ਤੇ ਪ੍ਰੋਫਿਟ ਨੂੰ ਇੱਦਾਂ ਹਾਈਫਾਈ ਕਰੋ ਕਿ ਪ੍ਰੋਫਿਟ
ਕਿਸੇ ਇੱਕ ਨੂੰ ਜਾਂ ਦੋ ਬੰਦੇ ਨੂੰ ਜਾਵੇ ਤਾਂ ਕਿ ਲੋਕਾਂ ਨੂੰ ਲੱਗੇ ਕਿ ਆਹ ਦੇਖੋ ਜੀ ਕਿੰਨਾ ਫਾਇਦਾ ਹੋ ਰਿਹਾ। ਸੋ ਇਹ ਜਿਹੜਾ ਆਕਰਸ਼ਣ ਹੈ ਨਾ ਈਜ਼ੀ ਮਨੀ ਦਾ, ਮਤਲਬ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਹੋਏ, ਕਿ ਕੋਈ ਮਿਹਨਤ ਨਹੀਂ ਕੁਝ ਨਹੀਂ, ਬਸ ਦਾਓ ਖੇਡਿਆ ਤੇ ਲੱਖਾਂ ਕਰੋੜਾਂ ਜਿੱਤ ਗਏ ਔਰ ਰਾਤੋਂ ਰਾਤ ਅਮੀਰ ਬਣ ਗਏ। ਇਹ ਜਿਹੜੇ ਸੁਪਨੇ ਨੇ ਨਾ, ਇਹ ਜੂਏ ਦੇ ਆਸਰੇ ਤੇ ਪੂਰਾ ਕਰਨਾ ਚਾਹੁੰਦੇ ਨੇ, ਮਿਹਨਤ ਨਹੀਂ ਕਰਨਾ ਚਾਹੁੰਦੇ। ਮੇਰਾ ਖਿਆਲ ਹੈ ਕਿ ਇਹ ਸਿਰਫ ਇੰਗਲੈਂਡ 'ਚ ਨਹੀਂ ਗਾ, ਇੰਗਲੈਂਡ ਤਾਂ ਹੁਣ ਸੈਂਟਰਲ ਹੱਬ ਬਣ ਗਿਆ, ਉੱਥੇ ਜ਼ਿਆਦਾ ਖੇਡਣ ਲੱਗ ਪਿਆ, ਹਰ ਕੰਟਰੀ 'ਚ ਜੂਆ। ਤੇ ਜਿਹੜਾ ਹੈਗਾ ਨਾ ਪੰਜਾਬ 'ਚ ਵੀ ਖੇਡਿਆ ਗਿਆ, ਹਿੰਦੁਸਤਾਨ 'ਚ ਵੀ ਹੈਗਾ, ਪਰ ਇੱਥੇ ਗੈਰ ਕਾਨੂੰਨੀ ਤੌਰ 'ਤੇ ਵਰਜਿਤ ਹੈਗਾ। ਜਿੱਥੇ ਇੱਥੇ ਫੜੇ ਜਾਂਦੇ ਉਹਨਾਂ 'ਤੇ ਧਾਰਾ ਲੱਗਦੀਆਂ, ਅੰਦਰ ਕੀਤਾ ਜਾਂਦਾ, ਸਾਰਾ ਕੁਝ ਹੈਗਾ। ਲੋਡੋਵਾਲ ਇੱਕ ਕਮੇਟੀ ਬਣੀ ਸੀ, ਉਹਨਾਂ ਨੇ ਇਹਨੂੰ ਗੈਰ ਕਾਨੂੰਨੀ ਦੇਣ ਦਾ ਹਮਾਇਤ ਕੀਤੀ ਸੀ ਵੀ ਇਹਨੂੰ ਗੈਰ ਕਾਨੂੰਨੀ ਕਰ ਦਿਓ। ਔਰ ਦੂਜੇ 'ਤੇ ਹੈਗਾ ਕ੍ਰਿਕਟ ਦੇ ਸੱਟੇ ਲੱਗ ਰਹੇ ਆ, ਉਹਦੇ 'ਚ ਵੀ ਹੈਗਾ ਹੁੰਦੇ ਆ। ਹਾਂ, ਹੁਣੇ ਉਹ ਸੱਟਾ ਜਿਹੜਾ ਹੈਗਾ ਅੰਮ੍ਰਿਤਸਰ ਤੋਂ 7 ਮੁੰਡੇ ਫੜੇ ਗਏ ਜਿਹੜੇ ਉੱਥੇ ਆ ਕੇ ਕਮਰਾ ਕਿਰਾਏ 'ਤੇ ਲੈਂਦੇ ਤੇ ਦੜਾ ਸੱਟਾ ਲਾ ਰਹੇ ਸੀਗੇ, ਉਹਦੇ 'ਚ ਹੈਗਾ। ਪੰਜਾਬ 'ਚ ਵੀ ਇਹ ਇੱਦਾਂ ਦੀ ਜਿਹੜੀ ਆ ਗਿਆ ਨੁਕਸਾਨ ਦੇਣ ਵਾਲੀ ਗੇਮ। ਔਰ ਉਹਦੇ ਵਿੱਚ ਇਸ ਵੇਲੇ ਦੇਖੋ ਜੇ 1.5 ਕਰੋੜ ਬੰਦਾ ਇਹਦੇ 'ਚ ਇਨਵੋਲਵ ਹੋ ਗਿਆ, ਉਹ ਹੁਣ ਕੀ ਕਰਨਗੇ ਆਪਣੇ ਘਰ ਦਾ ਤੇ ਬਾਹਰ ਦਾ ਤੇ ਦੇਸ਼ ਦਾ ਕੀ ਕਰਨਗੇ। ਬੜੀ ਲੰਬੀ ਤਾਦਾਦ ਹੈ, ਬਹੁਤ ਗਿਣਤੀ 'ਚ ਲੋਕ ਆ ਗਏ ਆ, ਔਰ ਉਹ ਦੇਸ਼ ਹੈ ਜਿੱਥੇ ਆਬਾਦੀ ਵੀ ਥੋੜ੍ਹੀ ਹੈ ਔਰ ਉਹ ਪਪੂਲਰ ਹੈ ਪੂਰੇ ਵਰਲਡ 'ਚ, ਉਸ ਦੇਸ਼ ਦੀ ਸਾਰੀ ਜਿਹੜੀ ਇਕਨੋਮੀ ਹੈ। ਦੇਖੋ ਉਹ ਜੂਆ ਖਿਡਾਉਣ ਵਾਲੇ ਤਾਂ ਬੈਠੇ ਨੇ, ਉਹ ਹੁਣ ਘਰੋਂ ਘਰੀ ਸੱਦਣ ਥੋੜਾ ਜਾਂਦੇ ਨੇ ਕਿ ਆਓ ਜੂਆ ਖੇਡੋ, ਇਹ ਤਾਂ ਬੰਦਾ ਆਪ ਖੇਡਦਾ ਨਾ, ਆਪੇ ਖੇਡਦਾ ਨਾ, ਆਨਲਾਈਨ ਚੱਲਦਾ ਨਾ। ਆਨਲਾਈਨ ਜਦੋਂ ਉੱਥੇ ਉਹ ਮੰਗਦੇ ਆ ਨਹੀਂ, ਐਗਰੀਨੈਂਸ ਹੁੰਦਾ, ਉਹਦੇ ਵਿੱਚ ਦੱਸਦੇ ਆ ਕਿ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ, ਉਹਦੇ ਵਿੱਚ ਜਿਹੜੇ ਆਨਲਾਈਨ ਜਾ ਰਹੇ ਜਿਨ੍ਹਾਂ ਦੇ ਆਪਣੇ ਅਕਾਊਂਟ ਹੈਗੇ ਉਹ ਉਸੇ ਤਰ੍ਹਾਂ ਨਾਲ ਜੁੜਦੇ ਆ। ਇਹ ਤਾਂ ਸਿਰਫ ਇੰਗਲੈਂਡ ਦੀ ਗੱਲ ਹੈਗੀ ਆ, ਇੰਗਲੈਂਡ ਨਾਲ ਦੂਜੇ ਲੋਕ ਵੀ ਕੰਟਰੀਆਂ ਦੇ ਜੁੜੇ ਆ। ਇਹ ਤਾਂ ਤਾਦਾਦ ਉੱਥੋਂ ਦੀ ਹੈ ਕਿ ਇੰਨੇ ਕੁ ਲੋਕ ਸਿੱਖ ਗਏ। ਬਿਲਕੁਲ ਸਹੀ ਗੱਲ ਹੈ, ਕੈਸੀਨੋ ਕਲਚਰ ਤਾਂ ਹਰ ਥਾਂ ਤੇ ਹੈ। ਹਾਂ, ਔਰ ਉਹ ਇੰਗਲੈਂਡ ਇਦਾਂ ਦਾ ਲੋਕ ਹੈਗਾ, ਲੋਕ ਅਟਰੈਕਟ ਵੀ ਹੋ ਜਾਂਦੇ ਵੀ ਆ ਇੰਗਲੈਂਡ 'ਚ ਹੈਗਾ, ਲੇਡੀ ਵੀ ਖੇਡ ਰਹੀਆਂ, ਨਾ ਕਿ ਮੇਲ ਹੈਗਾ, ਮੇਲ ਫੀਮੇਲ ਦੋਨੇ। ਉਹਨਾਂ ਕੋਲ ਲਾਇਸੈਂਸ ਆ, ਗਵਰਨਮੈਂਟ ਲਾਇਸੈਂਸ ਦਿੰਦੀ ਆ ਜੂਆ ਖੇਡਣ ਦਾ, ਔਰ ਇਲੀਗਲ ਵੀ ਚੱਲਦਾ, ਹਰ ਤਰ੍ਹਾਂ ਦਾ ਜੂਆ ਚੱਲਦਾ ਇੱਥੇ। ਤੁਸੀਂ ਦੇਖ ਲਓ ਸ਼ਹਿਰਾਂ 'ਚ ਦੇਖ ਲਓ, ਕਿਤੇ ਨਾ ਕਿਤੇ ਨੁਕਰੇ, ਕਿਸੇ ਗਲੀ ਦੇ ਅੰਦਰ, ਕਿਸੇ ਮਹੱਲੇ ਦੇ ਅੰਦਰ, ਕਿਸੇ ਛੋਟੇ ਜਿਹੇ ਇਲਾਕੇ ਦੇ ਵਿੱਚ ਪੱਤੇ ਤੇ ਪੱਤਾ ਖੇਡਦੇ ਹੋਣਗੇ ਤੇ ਪੁਲਿਸ ਰੇਡ ਹੁੰਦੇ, ਫਿਰ ਫੜੇ ਜਾਂਦੇ ਨੇ। ਉਹਦੇ ਤੋਂ ਬਾਅਦ ਆ ਜਿਹੜੀ ਹੁਣ ਗੱਲ ਹੈਗੀ, ਇਹਦਾ ਸਿੱਟੇ ਬੜੇ ਭਿਆਨਕ ਆ ਨਾ। ਹੁਣ ਜਿੱਦਾਂ ਤੁਸੀਂ ਅੱਗੇ ਕੀਤਾ ਦੱਸਿਆ ਕਿ ਜਿਹੜੇ ਰਿਸ਼ਤੇ ਟੁੱਟਦੇ ਆ, ਜਿਹੜੀ ਪਤੀ ਪਤਨੀ ਦਾ ਜਿਹੜਾ ਘਰ ਆ ਉਹ ਤਬਾਹ ਹੁੰਦਾ, ਬੱਚੇ ਦੂਰ ਹੋ ਜਾਂਦੇ ਆ, ਹੈ ਨਾ। ਇੱਥੋਂ ਤੱਕ ਕਿ ਲੋਕ ਜੋ ਘਰ ਦਾ ਸਮਾਨ ਉਹ ਵੇਚ ਦਿੰਦੇ ਆ, ਗੱਡੀਆਂ ਵੇਚ ਦਿੰਦੇ ਆ, ਘਰ ਗਹਿਣੇ ਪਾ ਦਿੰਦੇ ਆ। ਉਸ ਤੋਂ ਬਾਅਦ ਜਿਹੜੇ ਲੋਕ ਹੈ ਇਸ ਬਿਮਾਰੀ ਦੇ ਸ਼ਿਕਾਰ ਹੋ ਗਏ ਹੁੰਦੇ, ਇਹ ਕਰੋਨਾ ਤੋਂ ਵੀ ਅੱਗੇ ਦੀ ਬਿਮਾਰੀ ਆ, ਉਹ ਤੋਂ ਲੋਕ ਬਚ ਜਾਣਗੇ, ਬਚਦੇ ਆ ਜਾਂ ਇਲਾਜ ਹੋ ਜੂਗੇ। ਇਹਦਾ ਇਲਾਜ ਕੋਈ ਨਹੀਂ, ਕਿਉਂਕਿ ਇਹ ਮਨ ਦੀ ਲਾਲਚ ਹੈ। ਲਾਲਚ ਨਾਲ ਵੀ ਅੱਜ 10 ਲੱਖ ਜਿੱਤਿਆ, ਕੱਲ੍ਹ ਨੂੰ 15 ਹੋ ਜੂਗਾ, ਫਿਰ 20 ਹੋ ਜੂਗਾ। ਇਹ ਲਾਲਚ ਨੇ ਮਰਵਾਤਾ ਲੋਕਾਂ ਨੂੰ। ਔਰ ਉਹ ਹੈਗਾ ਈਜ਼ੀ ਵੇ ਪੈਸੇ ਦਾ, ਪੈਸਾ ਆ ਰਿਹਾ ਇਕੱਠਾ, ਜੇਬਾਂ ਜਾਂਦੀਆਂ ਭਰ, ਅੱਜ ਦੀ ਰਾਤ ਨੂੰ ਭਰ ਗਈਆਂ, ਅਗਲੀ ਰਾਤ ਨੂੰ ਉਹੀ ਪੈਸਾ ਵਾਪਸ ਚਲ ਜੂਗਾ। ਇਹ ਜਿਹੜੇ ਸ਼ਿਕਾਰ ਹੋਏ ਇਸ ਘਟਨਾ ਦਾ, ਇਹਦੇ ਨਾਲ ਗੇਮ ਦਾ, ਉਹਨਾਂ ਦੇ ਘਰ ਜਾਣਦੇ ਆ, ਉਹਨਾਂ ਦੀ ਵਾਈਫ ਨੂੰ ਪਤਾ ਹੈਗਾ ਵਿਚਾਰੀਆਂ ਵੀ ਕੀ ਕਰ ਰਹੀਆਂ, ਕੀ ਭੱਠੀ ਝੋਕ ਰਹੀਆਂ, ਕਿਸ ਤਰ੍ਹਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ। ਬਹੁਤ ਬੁਰੀ ਹਾਲਤ, ਉਹ ਹਾਲਤ ਹੈ, ਬੜੀ ਮਾੜੀ ਹਾਲਤ ਹੈ। ਬਲਕਿ ਇਹ ਤਾਂ ਚਲੋ ਲੀਗਲ ਨੇ, ਇਲੀਗਲ ਇੱਕ ਸੁਣਨ 'ਚ ਆਇਆ ਸੀ ਕਿ ਜਿਵੇਂ ਦਿੱਲੀ ਦੇ ਕਈ ਏਰੀਆ ਨੇ ਉੱਥੇ ਮਟਕਾ ਖੇਡਿਆ ਜਾਂਦਾ। ਮਟਕਾ ਮਤਲਬ ਇੱਕ ਘੜਾ, ਘੜੇ 'ਚ ਪਰਚੀਆਂ ਪਾਈਆਂ ਜਾਣਗੀਆਂ, ਪਰਚੀਆਂ ਦਾ ਇੱਕ ਨੰਬਰ ਨਿਕਲੂਗਾ, ਉਹ ਨੰਬਰ ਜਿਹਦਾ ਹੋਏਗਾ ਉਹਨੂੰ ਪੈਸੇ ਮਿਲਣਗੇ। ਕੋਈ ਮਤਲਬ 100 ਰੁਪਏ ਦਾ ਵੀ ਹੋ ਸਕਦਾ ਹੈ, 500 ਦਾ ਵੀ ਹੋ ਸਕਦਾ ਪਰ ਹੈਡ, ਇੱਦਾਂ ਖੇਡਿਆ ਜਾਂਦਾ ਹੈ। ਹੁਣ ਕਹਿੰਦੇ ਨੇ ਕਿ ਉਹ ਥਾਂ ਥਾਂ ਦੇ ਉੱਤੇ ਕਿੱਦਾਂ ਦੱਸਿਆ ਜਾਂਦਾ ਹੈ ਕਿ ਅੱਜ ਕਿਹੜੇ ਨੰਬਰ ਨੂੰ ਜਿਤਾਇਆ ਗਿਆ, ਕਿਹੜੇ ਨੰਬਰ ਨੂੰ ਪੈਸਾ ਮਿਲਣਾ। ਜਿਹੜੀਆਂ ਮਾਲ ਗੱਡੀਆਂ ਜਾਂ ਦੂਸਰੀਆਂ ਟ੍ਰੇਨਸ ਆਉਂਦੀਆਂ ਨੇ ਨਾ, ਉਹਨਾਂ ਦੇ ਡੱਬੇ ਦੇ ਪਿੱਛੇ ਲਿਖਿਆ ਹੁੰਦਾ ਉਹ ਨੰਬਰ, ਔਰ ਇੱਦਾਂ ਕਮਿਊਨੀਕੇਸ਼ਨ ਪਹੁੰਚਦਾ। ਫਿਰ ਉੱਦਾਂ ਬੰਦਾ ਉੱਥੇ ਸੈਟਿੰਗ ਹੁੰਦੀ, ਉਹ ਬੰਦਾ ਵਿੱਚੋਂ ਪੜ੍ਹ ਕੇ ਥਾਂ ਥਾਂ ਦੇ ਉੱਤੇ ਮੋਬਾਈਲਸ ਜਾਂ ਜਿੱਦਾਂ ਮੈਸੇਜ ਪਹੁੰਚਾਉਣਾ ਮੈਸੇਜ ਪਹੁੰਚਾਉਂਦੇ ਨੇ। ਮਤਲਬ ਤੁਸੀਂ ਦੇਖੋ ਕਿੱਦਾਂ ਨੈਟਵਰਕ ਬਣਾਇਆ ਹੋਇਆ, ਕਿੰਨਾ ਤਗੜਾ ਸਿਸਟਮੈਟਿਕ। ਇਹ ਆਨਲਾਈਨ ਹੈਗਾ ਤੇ ਜਿਹੜਾ ਫੇਸ ਟੂ ਫੇਸ ਬਹਿ ਕੇ ਦੇਖਦੇ ਆ, ਤਾਸ਼ ਨਾਲ ਵੀ ਚੱਲਦਾ, ਤਾਸ਼ ਨਾਲ ਵੀ ਜਿਹੜਾ ਉੱਤੇ ਲਾਈ ਜਾਂਦੀ, ਜਦੋਂ ਮੀਟੀ ਚੱਲਦੀ ਆ ਪਹਿਲਾਂ ਲੱਗਾ ਜਾਂਦਾ, ਜਿਹੜਾ ਹਾਰੂਗਾ ਉਹਨੂੰ ਕਿੰਨਾ ਪੈਸਾ ਦੇਣਾ, ਜਿੱਤਣ ਵਾਲੇ ਨੂੰ ਕਿੰਨਾ ਪੈਸਾ ਦੇਣਾ, ਕਿੰਨੇ ਦਾ ਕਿੰਨੇ, ਕਿਹੜਾ ਪਤਾ ਕਿੰਨੇ ਪੈਸੇ ਦਾ। ਇਹ ਸਾਰੇ ਪੱਤਿਆਂ ਤੇ ਪੈਸਾ ਜਾਂਦਾ ਵਾ, ਤਾਸ਼ ਨਾਲ ਵੀ ਖੇਡਿਆ ਜਾਂਦਾ, ਹਰ ਤਰੀਕਾ ਨਾਲ। ਦੇਖੋ ਇਹ ਤਾਂ ਪੱਤੇ ਹੋ ਗਏ, ਘਰਾਂ ਦੇ ਵਿੱਚ ਬਹਿ ਕੇ ਲੋਕ ਖੇਡਦੇ ਨੇ, ਕਲੱਬਸ ਦੇ ਵਿੱਚ ਖੇਡਦੇ ਨੇ, ਪਪਲੂ ਖੇਡਣ ਚੱਲੇ ਆ, ਬ੍ਰਿਜ ਖੇਡਦੇ ਪਏ ਆ, ਤਰ੍ਹਾਂ ਤਰ੍ਹਾਂ ਦੀਆਂ ਗੇਮਸ ਨੇ। ਹੋਰ ਤਾਂ ਹੋਰ ਕਈ ਵਾਰ ਇਦਾਂ ਦੀ ਰਿਪੋਰਟਸ ਵੀ ਮਿਲਦੀਆਂ ਨੇ ਜਿਹੜੇ ਨਿੱਕੇ ਨਿੱਕੇ ਬੱਚੇ ਬੰਟੇ ਖੇਡਦੇ ਨੇ, ਉਹਨਾਂ 'ਚ ਵੀ ਬੰਟੇ ਖੇਡਣ ਤੇ ਵੀ 98 ਹਰ ਗੇਮ, 1 ਰੁਪਈਆ ਹਰ ਗੇਮ। ਮੈਂ ਪੁਰਾਣੀ ਗੱਲ ਦੱਸਦਾ ਪਿਆ, ਅੱਜ ਹੋ ਸਕਦਾ 100 ਰੁਪਏ ਦਾ ਹੋਵੇ, ਤੇ ਤੂੰ ਜਿਹੜਾ ਜਿੱਤ ਗਿਆ ਗੇਮ ਉਹ 100 ਰੁਪਈਆ। ਮਤਲਬ ਬੰਟੇ ਖੇਡਣ ਤੋਂ ਵੀ ਪੈਸੇ, ਕਿਸੇ ਵੀ ਗੇਮ ਦੇ ਉੱਤੇ ਪੈਸੇ ਲੱਗ ਜਾਣ, ਉਹ ਜੂਆ ਹੈ। ਜੂਆ ਤਾਂ ਹੈਗਾ ਜਿਹੜੀ ਉਲਟੀ ਗੇਮ ਆ, ਜਿਹਦੇ 'ਚ ਪੈਸਾ ਇਨਵੋਲਵ ਆ, ਉਹ ਆ ਜੂਆ। ਬਿਲਕੁਲ ਇਹਦੇ 'ਚ ਉਹ ਹੈਗਾ। ਸੋ ਇਹ ਤਾਂ ਹੁਣ ਕਿੱਦਾਂ ਕਹਿ ਸਕਦੇ ਆ ਇਹਦੇ ਬਾਰੇ, ਤੇ ਇਹ ਤਾਂ ਹੁਣ ਪਰਿਵਾਰਾਂ ਨੂੰ ਹੀ ਸੰਭਾਲਣਾ ਪਏਗਾ, ਕਿਉਂਕਿ ਅੱਲਾ ਅੱਲਾ ਤੇ ਖੈਰ ਸੱਲਾ ਹੀ ਆ, ਜਿਹੜਾ ਬਚ ਗਿਆ ਬਚ ਗਿਆ, ਨਹੀਂ ਤੇ ਬਸ ਉੱਡ ਗਿਆ ਕੰਮ, ਉਹਦਾ ਘਰ ਤਬਾਹ ਹੈ।
ਇਹ ਤਾਂ ਬਾਬੇ ਜਾਣਨ ਬਸ ਕੀ ਕਰਨਾ ਅੱਗੇ। ਬਿਲਕੁਲ ਜੀ, ਉਹ ਤਾਂ ਹੁਣ ਉਹੀ ਗੱਲ ਜਿੱਥੋਂ ਸ਼ੁਰੂ ਕੀਤੀ ਸੀ, ਜੂਆ ਕਿਸੇ ਕਾ ਨਾ ਕਿਸੇ ਹੁਆ। ਦਾ ਨਾ ਹੋਇਆ, ਉੱਥੇ ਆ ਕੇ ਟੈਗ ਦੀ ਗੱਲ। ਬਿਲਕੁਲ। ਚਲੋ ਅੱਗੇ ਵਧਦੇ ਹਾਂ ਜੀ। ਅੱਗੇ ਇਹ ਹੈ ਜੀ, ਭਾਰਤ ਨੇ ਸੰਭਾਲੀ G20 ਤੇ ਸੁਰੱਖਿਆ ਪਰਿਸ਼ਦ UN ਦੀ ਪ੍ਰਧਾਨਗੀ। ਇਹ ਬੜੀ ਵਧੀਆ ਖਬਰ ਹੈ ਕਿਉਂਕਿ ਇਸ ਵਾਰ ਵੀ ਜਦੋਂ G20 ਸੰਮੇਲਨ ਹੋਇਆ, ਕਹਿੰਦੇ ਨੇ ਕਿ ਉਹਦੇ 'ਚ ਜਿਹੜਾ ਸਾਡਾ ਏਸ਼ੀਅਨ ਵਿਜ਼ਡਮ ਹੈ, ਭਾਰਤ ਦੀ ਜਿਹੜੀ ਸੋਚ ਸਮਝ ਹੈ, ਸੰਸਕਾਰ ਸੰਸਕ੍ਰਿਤੀ ਹੈ, ਉਹਦੀ ਬੜੀ ਜੈ ਜੈਕਾਰ ਹੋਈ ਹੈ। ਸਭ ਨੇ ਬੜਾ ਪਸੰਦ ਕੀਤਾ ਹੈ ਔਰ ਇਸ ਵਾਰ ਅਸੀਂ ਇਸ ਨੂੰ ਹੋਸਟ ਕਰ ਰਹੇ ਹਾਂ। ਅਸੀਂ ਅਸੀਂ ਮਹਿਮਾਨ ਨਵਾਜ਼ੀ ਕਰਾਂਗੇ, ਠੀਕ ਹੈ ਨਾ, ਔਰ ਪ੍ਰਧਾਨਗੀ ਮਿਲੀ ਹੈ ਸਾਨੂੰ ਔਰ ਉਮੀਦ ਕਰਦੇ ਹਾਂ ਕਿ ਇਹਦੇ ਨਾਲ ਭਾਰਤ ਦਾ ਨਾਂ ਦੁਨੀਆ ਦੇ ਵਿੱਚ ਜ਼ਰੂਰ ਰੋਸ਼ਨ ਹੋਣਾ। ਹਾਂ, ਇਹ ਜਿਹੜੀ ਮੌਜੂਦਾ ਕੇਂਦਰ ਸਰਕਾਰ ਆ, ਉਹਨਾਂ ਨੇ ਇਹ ਮਸਲਾ ਅੱਗੇ ਲਿਆਂਦਾ ਔਰ ਉਹਨਾਂ ਨੇ ਇੱਕ ਮੰਗ ਕੀਤੀ ਸੀ ਕਿ ਐਤਕੀ ਅਸੀਂ ਬਣਾਂਗੇ ਤੁਹਾਡੇ ਉੱਥੇ ਹੋਸਟ, ਅਸੀਂ ਤੁਹਾਨੂੰ ਬੁਲਾਵਾਂਗੇ। ਔਰ ਦਿੱਲੀ 'ਚ ਸਾਰੇ ਦੇਸ਼ਾਂ ਦੇ ਨੁਮਾਇੰਦੇ ਪਹੁੰਚ ਚੁੱਕੇ ਆ ਔਰ ਇਹਦੇ ਵਿੱਚ ਪ੍ਰਧਾਨਗੀ ਜਿਹੜੀ ਆ ਉਹ ਸੁਸ਼ੋਭਿਤ ਕਰ ਰਹੇ ਨੇ ਭਾਰਤ, ਜਿਹਦੇ ਵਿੱਚ ਮੋਦੀ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹਦੇ 'ਚ ਹੋਣਗੇ। ਸਾਰਾ ਕੁਝ ਆਪ ਬੋਲਦੇ ਆ ਔਰ ਉਹਨਾਂ ਨੇ ਉੱਥੇ ਵੀ ਬੋਲਿਆ ਸੀਗਾ ਕਿ ਅਸੀਂ ਭਾਰਤ ਨੂੰ ਥੋੜ੍ਹਾ ਜਿਹਾ ਇਸ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਉਸ ਲੜੀ 'ਚ ਸਭ ਤੋਂ ਪ੍ਰਮੁੱਖ ਤੌਰ 'ਤੇ ਅੱਗੇ ਲਿਆਉਣਾ ਚਾਹੁੰਦੇ ਹਾਂ, ਜਿਹਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਮੁੱਦੇ ਨੇ ਉਹ ਉਹਨਾਂ ਨੇ ਅੱਗੇ ਰੱਖੇ ਕਿ ਅਸੀਂ ਆਹ ਡਿਵੈਲਪਮੈਂਟ ਦੇ ਲਈ ਲਵਾਂਗੇ। ਔਰ ਉਹਦੇ 'ਚ ਇਹ ਸੀਗਾ ਕਿ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਹਨਾਂ 'ਚ ਜਿਹੜੀਆਂ ਆਈਆਂ ਆਫਤਾਂ ਨੇ, ਜੋ ਉਹਨਾਂ 'ਚ ਪ੍ਰੋਬਲਮ ਨੇ, ਸਮੱਸਿਆਵਾਂ ਨੇ, ਉਹਨਾਂ ਨੂੰ ਬੈਠ ਕੇ ਨਜਿੱਠਣਾ ਇਹਨਾਂ ਨੇ ਸਾਰਿਆਂ ਨੇ। ਔਰ ਉਹਦੇ 'ਚ 15 ਦੇਸ਼ ਜਿਹੜੇ ਆ ਪ੍ਰਮੁੱਖ ਦੇਸ਼ ਆ ਜਿਨ੍ਹਾਂ ਨੇ ਆ ਕੇ ਇਹਦੇ 'ਚ ਪ੍ਰਧਾਨਗੀ ਆਪਣੀ ਪ੍ਰਾਹੁਣਾਚਾਰੀ ਦਿੱਤੀ ਇੱਥੇ ਆ ਕੇ ਦਿੱਲੀ 'ਚ। ਔਰ ਇਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜਿਹੜਾ ਲੋਕਾਂ ਦੇ ਭਲੇ ਲਈ ਜੋ ਕੁਛ ਅਸੀਂ ਕਰਨਾ ਚਾਹ ਰਹੇ ਇੰਡੀਆ 'ਚ, ਉਹ ਅਸੀਂ ਬਿਲਕੁਲ ਅੱਗੇ ਰੱਖਾਂਗੇ, ਪ੍ਰਮੁੱਖ ਤੌਰ 'ਤੇ ਰੱਖਾਂਗੇ। ਔਰ ਜੋ ਇਹਨਾਂ ਨੇ ਮਸਲੇ ਇਸ ਵੇਲੇ ਇਹਦੇ ਵਿੱਚ ਲਿਆਂਦੇ ਨੇ ਉਹ ਪੂਰੇ ਤਰੀਕੇ ਨਾਲ ਇਹਨਾਂ ਨੇ ਕਿਹਾ। ਉਹ 'ਚ ਪੈਸਾ ਤਾਂ ਇਨਵੋਲਵ ਹੈਗਾ ਪਰ ਪੈਸਾ ਇਹਨਾਂ ਦਾ ਕਾਮਨ ਫੰਡ ਆ, ਜਿਸ 'ਚੋਂ ਕਾਮਨ ਫੰਡ 'ਚੋਂ ਪੈਸਾ ਲਾ ਕੇ ਇੰਡੀਆ ਦੀਆਂ ਕੁਛ ਜਿਹੜੀਆਂ ਸਮੱਸਿਆਵਾਂ ਨੇ, ਜਿਹਦੇ 'ਚ ਕੁਛ ਕੁਦਰਤੀ ਸਮੱਸਿਆਵਾਂ ਨੇ, ਕੁਛ ਇਹਦੇ ਵਿੱਚ ਜਿਹੜੀਆਂ ਆ ਰਹੀਆਂ ਅੱਗੇ ਫਿਊਚਰ 'ਚ ਉਹਨੂੰ ਰੋਕਣ ਲਈ ਹੈਗਾ। ਉਹ 'ਚ ਸਾਇੰਟਿਸਟ ਜਿਹੜੇ ਹੈਗੇ ਨੇ ਮਾਹਰ, ਉਹਨਾਂ ਨੇ ਪਹਿਲਾਂ ਦੱਸਤਾ ਕਿ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਨੇ ਇੰਡੀਆ ਦੀ ਆ ਹੈਗੀਆਂ। ਸਭ ਤੋਂ ਬਿਹਤਰੀ ਔਰ ਸਭ ਤੋਂ ਮਾਣ ਵਾਲੀ ਗੱਲ ਇਹ ਹੈਗੀ ਕਿ ਇੰਡੀਆ ਤੋਂ ਇਹ ਲਾਂਚ ਕੀਤਾ, ਸ਼ੁਰੂ ਕਰ ਦਿੱਤਾ ਇਹਨਾਂ ਨੇ। ਔਰ ਸਾਡੇ ਜਿਹੜੀ ਰਾਜਧਾਨੀ ਦਿੱਲੀ 'ਚ ਬਹਿ ਕੇ ਜਿਹੜੇ ਸਮੱਸਿਆਵਾਂ ਦਾ ਹੱਲ ਕਰਨ ਲਈ ਬਹਿ ਗਏ ਆ। ਔਰ ਇਹਦੇ 'ਚ ਨਰਿੰਦਰ ਮੋਦੀ ਜੀ ਦੀ ਵੱਡੀ ਕੰਟਰੀਬਿਊਸ਼ਨ ਆ, ਜਿਹੜੇ ਇਸ ਪਾਸੇ ਵੱਲ ਆ ਕੇ ਬਹੁਤ ਵੱਡਾ ਲੋਕਾਂ ਦੇ ਪਿਆਰ ਵਾਲਾ ਅਤੇ ਲੋਕਾਂ ਦੀ ਖਿੱਚ ਵਾਲਾ ਜਿਹੜਾ ਕੇਂਦਰ ਬਣ ਗਏ ਨੇ। ਅਤੇ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਹੋਰ ਸਮੱਸਿਆਵਾਂ ਨੇ ਉਹਨਾਂ ਨੂੰ ਨਜਿੱਠਣਗੇ ਔਰ ਬਾਕਾਇਦਾ ਤੌਰ 'ਤੇ ਮੀਡੀਆ, ਸੋਸ਼ਲ ਮੀਡੀਆ ਇਹਦੇ ਨਾਲ ਜੁੜਿਆ, ਉਹ ਨਾਲੋਂ ਨਾਲ ਦੱਸੀ ਜਾ ਰਿਹਾ, ਔਨ ਏਅਰ ਕਰੀ ਜਾ ਰਿਹਾ ਕੀ ਕੁਝ ਕਰਨਾ ਚਾਹ ਰਹੇ ਆ। ਬਿਲਕੁਲ ਕੀ ਕੁਝ ਕਰਨਾ ਚਾਹ ਰਹੇ ਨੇ ਕਿਉਂਕਿ ਇੱਕ ਤਰ੍ਹਾਂ ਨਾਲ ਨਾ ਇੱਕ ਸੁਪਨਾ ਜਿਹੜਾ ਦੇਖਿਆ ਗਿਆ ਹੈ ਕਿ ਭਾਰਤ ਵਿਸ਼ਵ ਗੁਰੂ, ਹਾਲਾਂਕਿ ਅਸੀਂ ਤਾਂ ਮੰਨਦੇ ਹਾਂ ਕਿ ਭਾਰਤ ਤਾਂ ਸਦਾ ਤੋਂ ਹੀ ਵਿਸ਼ਵ ਗੁਰੂ ਹੈ ਕਿਉਂਕਿ ਭਾਰਤ ਕੋਲ ਜੋ ਸੰਸਕਾਰ, ਜੋ ਸੰਸਕ੍ਰਿਤੀ, ਜੋ ਪਵਿੱਤਰ ਗ੍ਰੰਥ, ਜੋ ਸਾਡੇ ਮਹਾਂਪੁਰਸ਼ਾਂ ਦੀ ਸੋਚ ਸਾਡੇ ਨਾਲ ਹੈ, ਉਹ ਜਦੋਂ ਪੂਰੀ ਦੁਨੀਆ 'ਚ ਜਾਂਦੀ ਹੈ ਤਾਂ ਸਾਨੂੰ ਬਿਲਕੁਲ ਵੱਖਰਾ ਕਰਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਗ੍ਰੰਥ ਔਰ ਇਸ ਤਰ੍ਹਾਂ ਦੀ ਸੋਚ ਕਿਸੇ ਕੋਲ ਵੀ ਨਹੀਂ। ਔਰ ਸਾਡੇ ਭਾਰਤ ਦੀ ਧਰਤੀ ਦੇ ਉੱਤੇ ਵੇਦਾਂ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਦੀ ਜੋ ਯਾਤਰਾ ਕੀਤੀ ਹੈ ਅਸੀਂ ਮਾਨਵ ਜਾਤੀ ਨੇ ਭਾਰਤ ਦੀ ਧਰਤੀ 'ਤੇ, ਉਸ ਤਰ੍ਹਾਂ ਦੀ ਯਾਤਰਾ ਕਿਸੇ ਦੁਨੀਆ ਦੇ ਹੋਰ ਕੋਨੇ ਵਿੱਚ ਨਹੀਂ ਹੈ। ਇਸ ਕਰਕੇ ਭਾਰਤ ਤੇ ਵਿਸ਼ਵ ਗੁਰੂ ਹੈ। ਹੁਣ ਦੂਜੀ ਗੱਲ ਇਹ ਕਿ ਇਹ ਜਿਹੜੇ ਦੁਨੀਆ ਦੇ ਮਸਲੇ ਨੇ, ਇਹ ਮਸਲੇ ਹੱਲ ਕਰਨ ਵਾਸਤੇ ਪਹਿਲਾਂ ਲੀਗ ਆਫ ਨੇਸ਼ਨਸ ਬਣਿਆ, ਫਿਰ UNO ਬਣਿਆ, ਫਿਰ ਮਸਲੇ ਉੱਥੇ ਅਸੀਂ ਅਕਸਰ ਗੱਲ ਕਰਦੇ ਹਾਂ ਐਡਾ ਵੱਡਾ UNO ਤੇ ਯੂਕਰੇਨ ਦੀ ਵਾਰ ਤੇ ਰਸ਼ੀਆ ਦੀ ਵਾਰ ਕਿਉਂ ਨਹੀਂ ਰੋਕਦਾ ਪਿਆ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਕਿ G20 ਦੀ, ਹਾਲਾਂਕਿ G20 ਦਾ ਜਿਹੜਾ ਸੰਮੇਲਨ ਹੋਇਆ ਉਹਦੇ 'ਚ ਵੀ ਇਹ ਵਾਰਸ ਦੀ ਗੱਲ ਹੋਈ ਆ। ਇਹ ਗੱਲ ਨਿੰਦ ਦਿੱਤਾ ਸਭ ਨੇ, ਚੰਗੀਆਂ ਨਹੀਂ ਹੁੰਦੀਆਂ ਵਾਰਸ, ਉਹ ਤਾਂ ਓਕੇ ਆ, ਇਹਨੂੰ ਰੋਕੇਗਾ ਕੌਣ? ਇੰਡੀਆ ਤਾਂ ਇੱਕ ਸਾਈਡ ਤੇ ਬੈਠਾ ਰਿਹਾ, ਇੰਡੀਆ ਦੇ ਵਿੱਚ ਇਨਵੋਲਵ ਹੋਇਆ ਨਹੀਂ, ਬਿਲਕੁਲ ਇਨਵੋਲਵ ਨਹੀਂ ਹੋਇਆ। ਰਸ਼ੀਆ ਦੀ ਜੰਗ ਰੋਕਣ ਲਈ ਇਹਨਾਂ ਨਾ ਹਾਂ ਇੰਡੀਆ ਵੱਲੋਂ ਇੱਕੋ ਹੀ ਸਟੇਟਮੈਂਟ ਗਈ ਹੈ, ਕੂਟਨੀਤਿਕ ਤਰੀਕੇ ਦੇ ਨਾਲ, ਡਿਪਲੋਮੈਟਿਕ ਵੇ ਦੇ ਨਾਲ ਇਹਨੂੰ ਹੱਲ ਕੀਤਾ ਜਾਵੇ। ਪਰ ਉਹ ਡਿਪਲੋਮੈਟਿਕ ਵੇ ਹੈ ਕਿਹੜਾ? ਨਾ ਨਥਿੰਗ, ਇਹ ਤਾਂ ਐਵੇਂ ਇਹ ਖਾਨਾਪੂਰੀ ਹੈ ਕਿਉਂਕਿ ਜਦੋਂ ਸਾਰੀ ਦੁਨੀਆ ਦੀ ਇਕਨੋਮੀ ਦੇ ਉੱਤੇ ਅਸਰ ਪੈ ਰਿਹਾ ਹੈ ਔਰ ਫੂਡ ਸਪਲਾਈ ਦੇ ਉੱਤੇ ਅਸਰ ਪੈ ਰਿਹਾ ਹੈ ਔਰ ਨੈਚੁਰਲ ਗੈਸ ਦੇ ਉੱਤੇ ਅਸਰ ਪੈ ਰਿਹਾ ਹੈ, એનર્ਜੀ ਸੋਰਸਿਸ ਤੇ ਅਸਰ ਪੈ ਰਿਹਾ, ਤੇ ਤੁਸੀਂ ਕਿੱਦਾਂ ਅੱਖਾਂ ਮੀਟ ਕੇ ਬਹਿ ਸਕਦੇ ਹੋ? ਤੁਸੀਂ ਕਿਉਂ ਨਹੀਂ ਸਟੇਟਮੈਂਟਸ ਦਿੰਦੇ ਹੋ? ਕਿਉਂ ਨਹੀਂ ਤੁਸੀਂ ਇੱਕ ਪੱਖ ਪੂਰਦੇ ਹੋ? ਬਟ ਟ੍ਰੇਡ ਦੇਖਣਾ, ਫਾਇਦੇ ਦੇਖਣੇ। ਇੰਡੀਆ ਨੂੰ ਕਿਸੇ ਗਰੁੱਪ 'ਚ ਤਾਂ ਹੋਣਾ ਚਾਹੀਦਾ ਨਾ, USA ਗਰੁੱਪ ਹੈਗਾ, ਯੂਰਪੀਅਨ ਗਰੁੱਪ ਹੈਗਾ, ਕਿਸੇ ਗਰੁੱਪ 'ਚ ਤਾਂ ਆ ਕੇ ਬਹਿਣਾ ਚਾਹੀਦਾ ਨਾ। ਇਹ ਨਾ ਉਧਰ ਕੇ ਨਾ ਇਧਰ ਕੇ, ਕਿਸੇ ਪਾਸੇ ਜੋਗੇ ਵੀ ਨਹੀਂ ਰਹੇ। UNO ਦੇ ਵਿੱਚ ਇਹਨਾਂ ਨੇ ਜੋ ਕਿਹਾ ਕਿ ਸਾਈਡ ਤੇ ਹੋ ਕੇ ਬੈਠੇ ਰਹੇ, ਜਿਵੇਂ ਤੁਸੀਂ ਦੱਸਿਆ ਹੈ, ਯੂਕਰੇਨ ਨੂੰ ਇਤਰਾਜ਼ ਰਿਹਾ ਕਿ ਇਹਨਾਂ ਸਾਡੀ ਸਾਈਡ ਨਹੀਂ ਲਿੱਤੀ ਔਰ USA ਨੂੰ ਇਤਰਾਜ਼ ਰਿਹਾ ਕਿ ਸਾਡੀ ਸਾਈਡ ਨਹੀਂ ਲਿੱਤੀ ਔਰ ਇੰਡੀਆ ਨੇ ਸਾਈਡ ਕਿਹਦੀ ਲਿੱਤੀ? ਇੰਡੀਆ ਨੇ ਇਹ ਦੇਖਿਆ ਕਿ ਸਾਡੇ ਟ੍ਰੇਡ ਨੂੰ ਕਿੱਦਾਂ ਹੈ ਫਾਇਦਾ, ਕਿਉਂਕਿ ਰਸ਼ੀਆ ਤੋਂ ਅਸੀਂ ਜੋ ਨੈਚੁਰਲ ਗੈਸਿਸ ਵੀ ਲੈਂਦੇ ਹਾਂ, ਪੈਟਰੋਲੀਅਮ ਵੀ ਲੈਂਦੇ ਹਾਂ, ਨਾਲ ਅਸੀਂ ਜਿਹੜੇ ਹਥਿਆਰ ਫੌਜ ਵਾਸਤੇ ਉਹਦੇ ਵਿੱਚ ਵੀ ਕਾਫੀ ਸਪੋਰਟ ਸਾਨੂੰ ਮਿਲਦੀ ਹੈ। ਮੇਰੇ ਖਿਆਲ ਨਾਲ UNO ਵੀ ਥੋੜੀ ਜਿਹੀ ਇੰਨੀ ਐਕਟਿਵ ਨਹੀਂ ਹੈ।
ਇਹ ਗੱਲ 1965 ਦੀ ਜਦੋਂ ਜੰਗ ਹੋਈ ਹੈ ਪਾਕਿਸਤਾਨ ਔਰ ਹਿੰਦੁਸਤਾਨ ਦੀ ਲੜਾਈ ਹੋਈ ਆ, ਉਹ ਬੜੀ ਹੌਰੀਬਲ ਬੜੀ ਸੀਰੀਅਸ ਲੜਾਈ ਸੀ। ਉਹ 'ਚ UN ਇਨਵੋਲਵ ਹੋ ਰਿਹਾ ਔਰ 'ਚ ਸੀਜ਼ ਫਾਇਰ ਹੋਇਆ, ਚਿੱਟੇ ਝੰਡੇ ਚੜ੍ਹੇ ਆ ਕੇ ਉਹਨਾਂ ਦੇ, ਔਰ ਬਾਕਾਇਦਾ ਤੌਰ 'ਤੇ ਉਹਨਾਂ ਨੇ ਫਾਇਰਿੰਗ ਰੋਕੀ ਔਰ ਆ ਕੇ ਲੜਾਈ ਬੰਦ ਕਰਾਈ। ਨਹੀਂ ਤੇ ਇੰਡੀਆ ਤੇ ਪਾਕਿਸਤਾਨ ਸ਼ਾਇਦ ਹੋਰ ਇਹਨਾਂ ਦਾ ਨੁਕਸਾਨ ਹੁੰਦਾ, ਜਾਨੀ ਮਾਲੀ ਨੁਕਸਾਨ ਹੋ ਰਿਹਾ ਸੀ। ਪੈਂਟਨ ਟੈਂਕ ਅਮਰੀਕਾ ਨੇ ਦਿੱਤੇ ਸੀ ਔਰ ਬੜਾ ਕੁਝ ਚੱਲਿਆ ਇੱਥੇ। ਔਰ ਉਦੋਂ ਬਾਅਦ UN ਨੇ ਜਦੋਂ ਇੰਟਰਫੀਅਰ ਕੀਤਾ, ਉਹਨਾਂ ਨੇ ਸਾਰੀ ਜੰਗ ਖਤਮ ਕਰਵਾਤੀ। ਨਹੀਂ ਤੇ ਵੱਡੇ ਵੱਡੇ ਬੀੜੇ ਆ ਰਹੇ ਸੀ ਇੱਥੇ, ਮਹਾਯੁੱਧ ਲੱਗਣ ਵਾਲਾ ਸੀਗਾ। ਔਰ ਰਹੀ ਗੱਲ ਉਦੋਂ ਦੀ, ਹੁਣ UN ਦਾ ਇਹ ਉਹਨਾਂ ਜਿਹੜਾ ਸੰਭਲਣਾ ਕੰਮ ਨੂੰ, ਉਹ ਥੋੜ੍ਹਾ ਜਿਹਾ ਔਖਾ ਵਾ, ਨਹੀਂ ਲੱਗੀ ਉਹਦੇ ਪਿੱਛੇ। ਉਹੀ ਹਾਲ ਇੰਡੀਆ ਦਾ। ਇੰਡੀਆ ਨੇ ਜਦੋਂ ਅੱਗੇ ਪੈਰਵਾਈ ਨਹੀਂ ਕੀਤੀ, ਇੰਡੀਆ ਨੂੰ ਚਾਹੀਦਾ ਸੀਗਾ ਇਹਦੇ ਵਿੱਚ ਜਾ ਕੇ ਯੂਕਰੇਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਚਾਉਣ ਲਈ, ਬੱਚੇ ਬੁੜੇ ਔਰਤਾਂ ਮਰ ਰਹੀਆਂ, ਔਰ ਸਾਡੇ ਸਟੂਡੈਂਟ ਕਿੰਨੇ ਆ ਗਏ ਉੱਥੋਂ, ਵਿਚਾਰੇ ਉੱਥੋਂ ਪੱਲਾ ਝੜ ਕੇ ਆ ਗਏ ਆ, ਮੈਡੀਕਲ ਕਰ ਰਹੇ ਸੀਗੇ ਸਾਰੇ ਵਿਚਾਰੇ ਇੱਥੇ ਆ ਕੇ ਵਾਪਸ। ਇਸ ਵੇਲੇ ਨਾ ਗੌਰਮੈਂਟ ਨੇ ਇਹਨਾਂ ਦਾ ਪੱਲਾ ਫੜਿਆ, ਨਾ ਕਿਸੇ ਸੈਂਟਰ ਨੇ ਕਿਹਾ ਹੈਗਾ ਕਿ ਇੰਨੇ ਮੈਡੀਕਲ ਕਾਲਜ ਹੈ, ਉਹ ਵਿਚਾਰੇ ਉੱਥੇ ਦੇ ਉੱਥੇ ਹੀ ਆ। ਘੱਟੋ ਘੱਟ ਉਹਨਾਂ ਨੂੰ ਕੰਪਨਸੇਸ਼ਨ ਗਰਾਊਂਡ 'ਤੇ ਕੁਛ ਨਾ ਕੁਛ ਦੇਣਾ ਬਣਦਾ ਸੀ ਗੌਰਮੈਂਟ ਦਾ। ਐਕਚੁਅਲੀ UN ਤੋਂ ਹਾਂ ਵੱਖਰੇ ਨੇ ਨਾ G20 ਦੇ ਰੂਲਸ ਐਂਡ ਰੈਗੂਲੇਸ਼ਨਸ, ਇਸ ਕਰਕੇ ਇਹਨਾਂ ਦੇ ਵਿੰਗਸ ਜ਼ਿਆਦਾ ਫੈਲੇ ਹੋਏ ਨੇ। ਹੋ ਸਕਦਾ ਹੈ ਕਿ ਇਹ ਜ਼ਿਆਦਾ ਵਧੀਆ ਤਰੀਕੇ ਨਾਲ ਹੱਲ ਕਰ ਸਕਣ, ਕਿਉਂਕਿ ਜਿਹੜਾ ਪਰਿਆਵਰਨ ਨੂੰ ਲੈ ਕੇ, এনवायरमेंट ਨੂੰ ਲੈ ਕੇ ਫੰਡ ਨਿਸ਼ਚਿਤ ਕੀਤਾ ਮੁੱਦਾ ਸੀਗਾ, ਉਹ ਹੋ ਗਿਆ ਹੱਲ। ਚਲੋ ਉਮੀਦ ਕਰਦੇ ਹਾਂ ਹੋਰ ਵੀ ਮਸਲੇ ਹੱਲ ਹੋਣਗੇ। ਹੁਣ ਆ ਮਸਲਾ ਹੱਲ ਕਰੋ ਜੀ, ਅਜੇ ਸ਼ੁਰੂਆਤ ਹੈ, ਬੜਾ ਕੁਝ ਹੋਊਗਾ ਜੀ। ਹਾਂ ਹੁਣੇ ਮਜ਼ਦੂਰਾਂ ਦੇ ਧਰਨੇ, ਅੱਛਾ ਕਿਸਾਨਾਂ ਦੇ ਧਰਨੇ, ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਮਜ਼ਦੂਰਾਂ ਨੇ ਧਰਨੇ ਲਾਏ ਤੇ ਪੁਲਿਸ ਨੇ ਤਾਂ ਡਾਂਗ ਸੋਟਾ ਕਰਤਾ, ਕਿਉਂਕਿ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬੈਰੀਕੇਡਸ ਤੋੜ ਕੇ ਜੋ ਪੁਲਿਸ ਨੇ ਲਗਾਏ ਹੋਏ ਸੀ। ਤਾਂ ਜਦੋਂ ਨਹੀਂ ਮੰਨੇ ਤੇ ਉਹਨਾਂ ਨੇ ਅੱਗੋਂ ਡਾਂਗ ਸੋਟਾ ਕੀਤਾ, ਲਾਠੀ ਚਾਰਜ ਕੀਤਾ ਤੇ ਨਾਲੇ ਵੀ ਉੱਥੇ ਡਰ ਬਣਿਆ ਰਿਹਾ ਕਿ ਜੇ ਇਹਨਾਂ ਨੇ ਫਿਰ ਤੋਂ ਕੋਸ਼ਿਸ਼ ਕੀਤੀ ਤਾਂ ਫਿਰ ਤੋਂ ਹੋਰ ਲਾਠੀ ਚਾਰਜ ਹੋ ਸਕਦਾ। ਤੇ ਕਈ ਬਜ਼ੁਰਗ ਵੀ ਸੀਗੇ ਉੱਥੇ, ਮਜ਼ਦੂਰ ਪੱਗਾਂ ਲੱਥੀਆਂ ਨੇ, ਵੀਡੀਓ ਆਈ ਆ ਉਹਦੀ, ਵੀਡੀਓ ਵਾਇਰਲ ਹੋਈਆਂ ਨੇ, ਲੱਤਾਂ ਤੋਂ ਖੂਨ ਵਗਦੇ ਪਏ, ਮਤਲਬ ਗਿੱਟੇ ਤੋੜ ਤੇ ਮਾਰ ਕੇ ਰੂਲ ਡੰਡੇ ਸਾਰਾ ਕੁਝ ਹੋਇਆ। ਪਰ ਇਹਦੇ ਵਿੱਚ ਕਿਰਤੀ ਵਿਚਾਰੇ ਲੋਕ ਗਏ, ਕਿਰਤੀ ਕਿਸਾਨ ਜਿਹੜੇ ਗਏ ਆ, ਮਜ਼ਦੂਰ ਲੋਕ ਗਏ ਆ, ਉਹ ਆਪਣਾ ਸਿਰਫ ਬੇਸਿਕ ਰਾਈਟ ਮੰਗਣ ਲਈ ਗਏ ਕਿ ਸਾਡੀ ਜਿਹੜੀ ਦਿਹਾੜੀ ਆ, ਸਾਡਾ ਰੋਜ਼ਗਾਰ ਜਿਹੜਾ ਹੈਗਾ, ਸਾਡੇ ਬੱਚਿਆਂ ਨੂੰ ਭੁੱਖੇ ਨਾ ਮਾਰੋ, ਸਾਡੇ ਤੋਂ ਜਿਹੜੀ ਸਾਡੇ 'ਤੇ ਗਰੀਬੀ ਛਾ ਗਈ ਹੈ ਉਹਦੇ 'ਤੇ ਨਾ ਇਹ ਹੋਵੇ। ਜਦੋਂ ਕੋਈ ਨਹੀਂ ਹੱਲ ਹੁੰਦਾ ਫਿਰ ਕੀ ਹੁੰਦਾ, ਉਹਦੇ 'ਚ ਫਿਰ ਹੁੰਦਾ ਸੁਸਾਈਡ, ਫਿਰ ਸਾਰੇ ਉਹ 'ਚ ਖੁਦਕੁਸ਼ੀ ਕਰਦੇ ਆ। ਔਰ ਉਹ ਇਹ ਧਾਰਾ ਅਸੀਂ ਚੱਲੀ ਆ, ਇਹਨੂੰ ਕਿਸੇ ਨੇ ਰੋਕਣ ਵਾਲਾ ਜੇ ਅੱਗੇ ਆਇਆ ਹੀ ਨਹੀਂ। ਇਹਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਆ ਉਹ ਆਏ ਆ, ਉਹਨਾਂ ਨੇ ਕੀਤਾ ਵਾ। ਪਹਿਲੋਂ ਕਿਸਾਨ ਜਿਹੜੇ ਸੀਗੇ ਜਗਜੀਤ ਸਿੰਘ ਡੱਲੇਵਾਲ, ਉਹਨਾਂ ਨੂੰ ਭੁੱਖ ਹੜਤਾਲ ਤੋਂ, ਮਰਨ ਵਰਤੋਂ ਤੋਂ ਉਠਾਇਆ। ਉਹ ਬੜਾ ਅੱਛਾ ਪ੍ਰਸ਼ੰਸਾਯੋਗ ਕੰਮ ਸੀਗਾ, ਕਿਉਂਕਿ ਉਹਦੇ ਬਾਅਦ ਇਹ ਕੰਮ ਹੋਰ ਪਾਸੇ ਜਾ ਸਕਦਾ ਸੀ। ਰਹੀ ਗੱਲ ਮੁੜ ਕੇ ਜਦੋਂ ਕਿਰਤੀ ਮਜ਼ਦੂਰ ਜਾ ਕੇ ਉਹਨਾਂ ਨੇ ਉੱਥੇ ਕੋਠੀ ਦੇ ਅੱਗੇ ਜਦੋਂ ਧਰਨਾ ਲਾਇਆ, ਉਹਦਾ ਜਾ ਕੇ ਪੰਜਾਬ ਪੁਲਿਸ ਨੇ ਜਿਹੜਾ ਉਹਨੂੰ ਬੜਾ ਹੌਰੀਬਲ ਐਟਮੋਸਫੀਅਰ ਦੇ ਦਿੱਤਾ। ਉਹ 'ਚ ਕੁੱਟ ਕਟਾਪਾ ਜ਼ਿਆਦਾ ਕੀਤਾ, ਮਾਰਿਆ ਗਿਆ ਲੋਕਾਂ ਨੂੰ ਵਿਚਾਰਿਆਂ ਨੂੰ, ਅਤੇ ਕੁੱਟ ਕੇ ਭਜਾਉਣਾ ਬੜੀ ਮਾੜੀ ਗੱਲ ਆ। ਉਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀ ਕਿ ਉੱਥੇ ਅਨਾਊਂਸਮੈਂਟ ਕਰ ਦਿੰਦੇ ਕਿ ਤੁਹਾਡੇ 4 5 10 ਨੁਮਾਇੰਦੇ ਜਿਹੜੇ ਹੈਗੇ ਸਿਲੈਕਟ ਕਰ ਲਓ, ਉਹ ਅੰਦਰ ਆ ਜਾਣਗੇ, ਮੁੱਖ ਮੰਤਰੀ ਸਾਹਿਬ ਉਹ 'ਚ ਬੈਠਣਗੇ, ਮੰਤਰੀ ਦੀ ਕੈਬਨਿਟ ਬੁਲਾ ਲਾਂਗੇ, ਸਾਰਾ ਕੁਝ ਹੋ ਜਾਊਗਾ। ਅਨਾਊਂਸਮੈਂਟ ਕਰਨੀ ਚਾਹੀਦੀ ਸੀ, ਫੇਸਬੁੱਕ 'ਤੇ ਹੀ ਪਾ ਦਿੰਦੇ। ਸਿਰਫ ਇਹਨਾਂ ਨੂੰ ਫਿਜ਼ੀਕਲੀ ਟੌਰਚਰ ਕਰਨਾ, ਮਾਰਨਾ, ਮੈਂਟਲੀ ਟੌਰਚਰ ਕਰਨਾ, ਇਹ ਸਾਡੇ ਲੋਕਤੰਤਰ ਦੀ ਕੋਈ ਬਣਤਰ ਨਹੀਂ ਹੈ, ਨਾ ਇਹਨਾਂ ਨੂੰ ਚਾਹੀਦਾ ਸੀਗਾ। ਪਰ ਉਹਦੇ 'ਚ ਮੀਡੀਆ ਨੇ ਤਾਂ ਦਿਖਾਤਾ ਸਾਰਿਆਂ ਨੂੰ ਕਿ ਵਾਇਰਲ ਹੋ ਗਈ ਵੀਡੀਓ। ਐਗਜ਼ੈਕਟਲੀ ਤੇ ਉਹਦੇ ਵਿੱਚ ਕੀ, ਉਹਦੇ ਬਾਅਦ ਕੀ ਐਕਸ਼ਨ ਕੀਤਾ? ਕੁਛ ਵੀ ਨਹੀਂ, ਕਿਹਨੇ ਕੀਤਾ? ਨਾ ਤਾਂ ਮੁੱਖ ਮੰਤਰੀ ਦੇ ਕੰਨਾਂ 'ਤੇ ਜੂੰ ਸਰਕੀ ਹੈ, ਨਾ ਕਿਸੇ ਮੰਤਰੀ 'ਤੇ, ਨਾ ਕਿਸੇ ਹੋਰ ਨੁਮਾਇੰਦੇ 'ਤੇ, ਨਾ ਆਪੋਜੀਸ਼ਨ ਨੇ ਇਹਦਾ ਕੋਈ ਕੀਤਾ ਗੱਲ। ਨਹੀਂ ਤਾਂ ਆਪੋਜੀਸ਼ਨ ਉਸ ਵੇਲੇ ਵਿਰੋਧਤਾ ਕਰਦੀ ਹੈ। ਨਾ ਕਾਂਗਰਸ ਹਿੱਲੀ ਆ, ਨਾ ਅਕਾਲੀ ਦਲ ਨੇ ਕੋਈ ਗੱਲ ਕੀਤੀ ਆ। ਜਦੋਂ ਕਿ ਇੰਨਾ ਵੱਡਾ ਹੋਇਆ, ਵਾਕਈ ਧਰਨੇ ਤਾਂ ਜ਼ਿਆਦਾ ਵਾ ਪੰਜਾਬ 'ਚ ਲੱਗਦੇ ਆ ਧਰਨੇ, ਕਿਸਾਨ ਵੀ ਆ ਜਾਂਦੇ ਆ, ਮਜ਼ਦੂਰ ਵੀ ਆ ਜਾਂਦੇ ਆ, ਪਰ ਉਹਦਾ ਕੋਈ ਨਾ ਕੋਈ ਸਿੱਟਾ ਤੇ ਕੱਢਣ। ਜਿਸ ਤਰ੍ਹਾਂ ਦੇ ਇਹਨਾਂ ਨੇ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੂੰ ਜਾ ਕੇ ਰਾਤੋਂ ਰਾਤ ਮਨਾ ਲਿਆ, ਠੀਕ ਹੈ ਨਾ, ਮੰਨ ਗਏ ਉਹ 'ਚ ਨਹੀਂ ਕੋਈ ਸ਼ਾਂਤੀ ਨਾਲ ਸਾਰਾ ਉੱਠ ਖਲੋਤੇ। ਬਜ਼ੁਰਗ ਆਦਮੀ ਸੀ, ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਸੀ। ਜੇ ਸਿਹਤ ਨਾ ਸੁਤਰ ਆਉਂਦੀ ਜਾਂ ਨਾ ਹੁੰਦਾ, ਜੇ ਉਹ ਕਿਤੇ ਭੁੱਖੇ ਰਹਿ ਕੇ ਖਤਮ ਹੋ ਜਾਂਦੇ, ਜਿੱਦਾਂ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਲੈਣ ਲਈ ਉਹਨਾਂ ਨੇ ਆਪਣਾ ਤਿਆਗ ਦੇ ਦਿੱਤਾ ਸੀ, ਖਤਮ ਹੋ ਗਏ ਸੀ। ਉਹ ਜ਼ਮਾਨਾ 1966 ਦੇ ਟਾਈਮ ਦਾ ਸੀ। ਪਰ ਹੁਣ ਇਹ ਜ਼ਮਾਨਾ ਹੁਣ ਦਾ ਵਾ, ਹੁਣ ਤਾਂ ਵਾਇਰਲ ਮਿੰਟ 'ਚ ਪਤਾ ਲੱਗ ਜਾਂਦਾ। ਬਿਲਕੁਲ ਪਤਾ ਲੱਗਦਾ। ਗੱਲ ਇਹ ਹੈ, ਤੁਸੀਂ ਦੇਖਿਆ ਹੋਏਗਾ ਜਿਹੜਾ ਤੁਸੀਂ ਕਿਹਾ ਵਾਇਰਲ ਹੋ ਜਾਂਦਾ ਹੈ, ਵੀਡੀਓ ਵਾਇਰਲ ਹੋ ਰਹੀ ਹੈ ਸਾਡੇ ਮਾਨਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਦੀ, ਦੂਰ ਤੱਕ ਪਤਾ ਲੱਗਦਾ। ਔਰ ਉਹਨਾਂ ਨੇ ਵੀਡੀਓ ਦੇ ਵਿੱਚ ਇੱਕ ਲੈਕਚਰ ਦਿੱਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਾਡੇ ਲੋਕਾਂ ਦੇ, ਸਾਡੇ ਦੇਸ਼ ਦੇ ਲੋਕਾਂ ਦੀ ਸੋਚ ਇਹ ਹੋ ਚੁੱਕੀ ਆ ਕਿ ਕੁੱਟਾਂ ਖਾਣੀਆਂ, ਜੇਲ੍ਹਾਂ 'ਚ ਰਹਿਣਾ, ਇਹੀ ਸਾਡੀ ਕਿਸਮਤ ਹੈ। ਵੇਖੋ, ਉਹ ਇਦਾਂ ਦੀ ਸੋਚ ਰੱਖਦੇ ਨੇ, ਕਿਉਂਕਿ ਸੋਚ ਇਦਾਂ ਦੀ ਇਸ ਕਰਕੇ ਰੱਖਦੇ ਨੇ ਕਿ ਉਹਨਾਂ ਨੂੰ ਦਿੱਤਾ ਹੀ ਜਾਂਦਾ। ਤੇ ਉਹ ਰਾਸ਼ਟਰਪਤੀ ਸਾਹਿਬਾ ਕਹਿ ਰਹੇ ਨੇ ਕਿ ਦੇਸ਼ ਵਾਸੀਆਂ ਦੀ ਸੋਚ ਜੇ ਇਦਾਂ ਦੀ ਹੈਗੀ ਆ, ਬਹੁਤੇਰੇ ਲੋਕਾਂ ਦੀ ਜੇ ਇਦਾਂ ਦੀ ਸੋਚ ਹੈ, ਤਾਂ ਫਿਰ ਦੇਸ਼ ਕਿੱਧਰ ਨੂੰ ਜਾਊਗਾ। ਤੁਸੀਂ ਦੇਖੋ, ਇੱਕ ਉਦਾਹਰਣ ਹੈ,
ਜੇਲ੍ਹਾਂ 'ਚ ਲੋਕਾਂ ਨੂੰ ਰੱਖਿਆ ਗਿਆ ਆਹ 15 20 ਸਾਲ, ਉਸ ਤੋਂ ਬਾਅਦ ਉਹਨਾਂ ਨੂੰ ਕੱਢ ਦਿੱਤਾ ਕਿ ਜਾਓ ਜਿੱਥੇ ਜਾਣਾ ਜਾਓ। ਸਹੀ ਗੱਲ। ਉਹ ਸ਼ਾਮ ਨੂੰ ਫਿਰ ਮੁੜ ਕੇ ਆ ਗਏ, ਉਹਨਾਂ ਵਿੱਚੋਂ 20-25%। ਹੂੰ। ਕਹਿੰਦੇ ਕਿੱਥੇ ਜਾਈਏ, ਕਿਤੇ ਹੋਰ ਜੀ ਨਹੀਂ ਲੱਗਦਾ, ਜੇਲ੍ਹ 'ਚ ਜੀ ਲੱਗਣ ਲੱਗ ਪਏ। ਹਾਂ ਦੱਸੋ, ਉਹ ਆਦਤ ਪੈ ਗਈ ਹੈ। ਉਵੇਂ ਹੀ ਡਾਂਗਾ ਸੋਟੇ ਖਾਣ ਦੀ ਆਦਤ ਪੈ ਗਈ ਹੈ, ਲਾਠੀ ਚਾਰਜ ਦੀ ਆਦਤ ਪੈ ਗਈ ਹੈ। ਅੱਜ ਕੱਲ੍ਹ ਪਾਣੀ ਦੀਆਂ ਬੁਛਾੜਾਂ ਵੀ ਹੁੰਦੀਆਂ ਨੇ, ਕਿਤੇ ਗੋਲੀ ਵੀ ਚੱਲ ਗਈ ਹੈ। ਬਾਈਬਲ ਕਲਾਂ ਗੋਲੀ ਕਾਂਡ ਅਸੀਂ ਜਾਣਦੇ ਹੀ ਹਾਂ। ਮਤਲਬ ਇਹ ਸਭ ਚੀਜ਼ਾਂ ਦੇਖ ਕੇ ਪਤਾ ਨਹੀਂ ਲੱਗਦਾ ਕਿ ਅਸੀਂ ਡੈਮੋਕ੍ਰੇਸੀ 'ਚ ਜਾਂ ਵਾਕਈ ਅਸੀਂ ਆਜ਼ਾਦ ਹੈਗੇ। ਦੇਖੋ ਜਦੋਂ ਆਂਦੇ ਆ ਨਾ ਕਿ ਬੱਚਾ ਰੋਊਗਾ ਤੇ ਮਾਂ ਫਿਰ ਦੁੱਧ ਦਿੰਦੀ ਆ, ਜੇ ਉਹ ਆਪਣੀ ਸਹੂਲਤ ਲਈ ਰੌਲਾ ਪਾਉਣਗੇ, ਲੜਨਗੇ ਜਾਂ ਧਰਨਾ ਦੇਣਗੇ ਤਾਂ ਦੀ ਸਰਕਾਰ ਨੇ ਪਤਾ ਕਰਨਾ, ਲੰਮੇ ਪੈ ਨੂੰ ਸੁੱਤੇ ਨੂੰ ਨਹੀਂ ਕੁਝ ਦੇਣਗੇ। ਦੇਖੋ ਅੰਗਰੇਜ਼ ਸਾਨੂੰ ਲਾਠੀਆਂ ਮਾਰਦੇ ਹੁੰਦੇ ਸੀ, ਲਾਠੀ ਚਾਰਜ ਅੰਗਰੇਜ਼ ਕਰਦੇ ਸੀ, ਜ਼ਿਲ੍ਹਿਆਂ ਵਾਲੇ ਬਾਗ 'ਚ ਗੋਲੀ ਵੀ ਉਹਨਾਂ ਨੇ ਚਲਾਈ ਸੀ। ਤੇ ਇੱਥੇ ਭਾਰਤ ਆਜ਼ਾਦ ਹੈ ਤੇ ਲਾਠੀਆਂ ਖਾਣੇ ਪਏ ਆ, ਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਗੋਲੀਆਂ ਵੀ ਖਾਧੀਆਂ ਨੇ। ਸੋ ਲੱਗਦਾ ਕਿ ਦੇਸ਼ ਆਜ਼ਾਦ ਹੋ ਗਿਆ ਜਿੱਦਾਂ ਦੇ ਇਹ ਕਾਰਨਾਮੇ ਹੁੰਦੇ ਪਏ ਨੇ। ਮਜ਼ਦੂਰ ਨੇ, ਉਹਨਾਂ ਨਾਲ ਮੀਟਿੰਗ ਫਿਕਸ ਕਰੋ, ਗੱਲਬਾਤ ਕਰੋ, ਹੋਊਗਾ ਤਾਂ ਗੱਲਬਾਤ ਨਾਲ ਨਾ। ਡੈਮੋਕ੍ਰੇਸੀ ਕਿੱਥੇ? ਔਰ ਹੁਣ ਵੀ ਮੀਟਿੰਗ ਦੇ ਵਾਸਤੇ ਦਿਨ ਫਿਕਸ ਕੀਤਾ ਨਾ, ਸ਼ਾਇਦ 11 ਦਸੰਬਰ ਦੀ ਡੇਟ। ਸਿਕਿਉਰਿਟੀ ਇਸ ਕਰਕੇ ਨਹੀਂ ਰੱਖੀ ਹੁੰਦੀ ਕਿ ਲੋਕਾਂ ਦੀ ਲੱਤਾਂ ਤੋੜ ਦਿਓ, ਗੋਡੇ ਭੰਨ ਦਿਓ ਤੇ ਡੰਡੇ ਮਾਰ ਦਿਓ ਤੇ ਉਹਨਾਂ ਦੀਆਂ ਪੱਗਾਂ ਲਾ ਦਿਓ। ਸਿਕਿਉਰਿਟੀ ਦਾ ਇੱਕ ਰੋਲ ਨਹੀਂ ਹੁੰਦਾ। ਜਾਂ ਕੋਈ ਜਦੋਂ ਫਿਰ ਨੇਤਾ ਆਉਂਦੇ ਆ ਉਹਨਾਂ ਨੂੰ ਤਾਂ ਸਲੂਟ ਮਾਰਦੇ ਆ ਜਾਂ ਉਹਨਾਂ ਨੂੰ ਅੱਗੇ ਲੈ ਕੇ ਜਾਂਦੇ ਆ। ਜਿਹੜੇ ਗਰੀਬ ਆਦਮੀ ਉੱਥੇ ਆਏ ਆਪਣੀ ਸਹੂਲਤਾਂ ਮੰਗ ਰਹੇ, ਸਾਰਾ ਕੁਝ ਮੰਗ ਰਹੇ, ਉਹਨਾਂ ਨੂੰ ਕੁੱਟ ਕੇ ਬਾਹਰ ਕੱਢ ਦਿਓ। ਜੇ ਸਟੂਡੈਂਟ ਜਾਂਦੇ ਆ ਵਿਚਾਰੇ, ਸਾਨੂੰ ਬੇਰੁਜ਼ਗਾਰੀ ਭੱਤਾ ਦੇ ਦਿਓ, ਨੌਕਰੀ ਦੇ ਦਿਓ, ਉਹਨਾਂ ਨੂੰ ਮਾਰ ਪੈਂਦੀ ਹੈ। ਸਿਰਫ ਤੇ ਸਿਰਫ ਕਿਹਨਾਂ ਨੂੰ ਮਾਰ ਨਹੀਂ ਪੈਂਦੀ? ਜਿਹਨਾਂ ਨਾਲ ਸੂਟਡ ਬੂਟਡ ਲੋਕ ਜਾ ਰਹੇ ਆ, ਜਾਂ ਉਹਨਾਂ ਦਾ ਪੱਧਰ ਅੱਛਾ ਹੈ, ਜਾਂ ਕਿਸੇ ਚੰਗੀ ਜਿਹੜੀ ਉਹਨਾਂ ਕੋਲ ਪੋਸਟ, ਜਿਨ੍ਹਾਂ ਨਾਲ ਯਾਰੀਆਂ ਨੇ, ਪੋਸਟ ਆ, ਉਹ ਉਹਨਾਂ ਲਈ ਹੈਗਾ। ਇਹ ਇੱਥੇ ਲੋਕਤੰਤਰ ਦੀ ਸਾਰਾ ਸਿਸਟਮ ਫੇਲ ਮੰਨਿਆ ਜਾਂਦਾ ਵਾ। ਕਿਉਂਕਿ ਸਿਕਿਉਰਿਟੀ ਦਾ ਇਹ ਮਤਲਬ ਨਹੀਂ ਹੁੰਦਾ ਵੀ ਉਹਨਾਂ ਦੇ ਗੋਡੇ ਤੋੜ ਦਿਓ। ਜਦੋਂ ਵੀ ਲੋਕ, ਜੇ ਕਿਤੇ ਕੋਈ ਗਾਇਕ ਲੱਗਾ ਗਾਣਾ ਸੁਣ ਰਿਹਾ, ਕੋਈ ਅੱਛਾ ਗਾਇਕ ਸੁਣ ਰਿਹਾ ਹੈਗਾ, ਉਹਦੇ ਨੇੜੇ ਜਾਂਦੇ ਆ ਤੇ ਫਿਰ ਪੁਲਿਸ ਵਾਲੇ ਉਹਦੀਆਂ ਲੱਤਾਂ ਭੰਨ ਦਿੰਦੇ। ਇਹਦੇ ਵਿੱਚ ਇਹ ਇਹਨਾਂ ਦਾ ਕੀ ਮਤਲਬ? ਕੁੱਟ ਹੀ ਹੁੰਦਾ। ਮੈਂ ਖੁਦ ਕਈ ਵਾਰੀ ਦੇਖੇ ਆ ਜਿਹਦੇ ਵਿੱਚ ਲੋਕ ਵਿਚਾਰੇ ਸੁਣਦੇ ਅੱਗੇ ਜਾ ਕੇ। ਹੁਣ ਤਾਂ ਚਲੋ ਸੋਸ਼ਲ ਮੀਡੀਆ ਆ ਗਿਆ, ਹੁਣ ਸਟੇਜ ਦੇ ਕੰਮ ਖਤਮ ਹੋ ਗਏ, ਨਹੀਂ ਤਾਂ ਉੱਥੇ ਵੀ ਲੱਤਾਂ ਭੰਨ ਦਿੰਦੇ ਸੀ। ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਕਿ ਸਿਕਿਉਰਿਟੀ ਨੂੰ। ਪਰ ਜਿੱਥੇ ਇਹਨਾਂ ਦੇ ਕਤਲकांड ਹੋ ਜਾਂਦੇ ਆ, ਜਿੱਥੇ ਇਹਨਾਂ ਕੋਲ ਬੰਬਾਰਮੈਂਟ ਹੁੰਦੀ ਆ, ਉੱਥੇ ਇਹਨਾਂ ਕੋਲ ਬੰਦਾ ਨਹੀਂ ਲੱਭਦਾ ਕੋਈ ਵੀ। ਜਿਸ ਤਰ੍ਹਾਂ ਜਿੰਨੇ ਵੀ ਹੁਣ ਕਤਲ ਹੋਏ ਪੰਜਾਬ 'ਚ, ਜਿੰਨਾ ਕੁਛ ਹੈਗਾ, ਅਜੇ ਤੱਕ ਕੋਈ ਬੰਦੇ ਦਾ ਮੂੰਹ ਸਿਰ ਲੱਗਾ ਪਤਾ ਵੀ ਕੌਣ ਕਿੱਥੇ ਹੈਗਾ। ਕਈ ਵਾਰ ਬਲਕਾਰ ਜੀ ਇੱਦਾਂ ਲੱਗਦਾ ਜਿਹੜੀ ਪੁਲਿਸ ਫੋਰਸ ਤੇ ਸਿਕਿਉਰਿਟੀ ਫੋਰਸ ਹੈ ਉਹ ਇਹਨਾਂ ਨੇਤਾਵਾਂ ਦੀ ਪਰਸਨਲ ਫੋਰਸ। ਸਹੀ ਗੱਲ, ਬਿਲਕੁਲ ਦਰੁਸਤ ਗੱਲ। ਔਰ ਜਿੱਦਾਂ ਨੇ ਇਦਾਂ ਦੇ ਹੁਕਮ ਦੇਣੇ ਨੇ ਉਦਾਂ ਹੀ ਉਹਨਾਂ ਨੇ ਕੰਮ ਕਰਨਾ। ਕਈ ਵਾਰ ਇਦਾਂ ਲੱਗਦਾ। ਚਲੋ ਅੱਗੇ ਜਾਂਦੇ ਇੱਕ ਚੀਜ਼ ਛੂ ਲਈਏ। ਕਰੋ ਗੱਲ। ਹਾਂਜੀ, ਕਿ ਜਾਤ ਬਰਾਦਰੀ ਤੇ ਆਧਾਰਿਤ ਜਿਹੜੇ ਸਰਕਾਰੀ ਸਕੂਲਾਂ ਦੇ ਜਾਂ ਹੋਰ ਸਕੂਲਾਂ ਦੇ ਨਾਂ ਨੇ, ਹੁਣ ਇਹ ਹੁਕਮ ਹੋਇਆ ਸਰਕਾਰ ਵੱਲੋਂ ਕਿ ਇਹ ਨਾਂ ਬਦਲੇ ਜਾਣ। ਜਾਤਾਂ ਦੇ ਨਾਂ ਦੇ ਉੱਤੇ ਆਧਾਰਿਤ, ਕਿਸੇ ਹੋਰ ਨਾਵਾਂ ਦੇ ਉੱਤੇ ਆਧਾਰਿਤ, ਜਿੱਥੋਂ ਪਤਾ ਲੱਗੇ ਧਰਮ ਦਾ, ਜਿੱਥੋਂ ਪਤਾ ਲੱਗੇ ਮਜ਼ਹਬ ਦਾ, ਉਹ ਨਾਮ ਚੇਂਜ ਕੀਤੇ ਜਾਣ। ਇਹ ਅੱਛਾ ਡਿਸੀਜਨ ਹੈ। ਜਿੱਥੋਂ ਕਿ ਸਕੂਲਾਂ ਦੇ ਨਾਂ ਤਾਂ ਜਿਹੜੇ ਰੱਖੇ ਜਾਂਦੇ ਸੀ ਅੱਗੇ ਹਸਤੀਆਂ ਦੇ ਨਾਂ ਤੇ, ਪਰਸਨੈਲਿਟੀ ਦੇ ਨਾਂ, ਜਿਹੜਾ ਖੁਲਵਾਉਂਦਾ ਸੀ, ਨੇਤਾ ਦੇ ਨਾਂ ਤੇ, ਜਿਨ੍ਹਾਂ ਨੇ ਸੰਘਰਸ਼ ਕੀਤਾ, ਜਿਹੜੇ ਦੇਸ਼ ਭਗਤ, ਉਹਨਾਂ ਦੇ ਨਾਂ ਤੇ ਸੀਗਾ। ਹੁਣ ਜਦੋਂ ਜਾਤ ਬਰਾਦਰੀ ਤੇ ਨਾਂ ਤੇ ਰੱਖਦੇ ਆ, ਮੈਂ ਨਾਂ ਨਹੀਂ ਲਊਂਗਾ, ਜਿਹਦੇ 'ਚ ਗੋਤ ਦੇ ਨਾਂ ਤੇ, ਉਹ ਫਿਰ ਪਰਸਨਲ ਪ੍ਰੋਪਰਟੀ ਹੈ। ਉਹਦੇ 'ਚ ਇਹ ਨਹੀਂ ਕਿ ਜਿੱਥੇ ਬੱਚਿਆਂ ਨੇ ਐਜੂਕੇਸ਼ਨ ਲੈਣੀ ਆ, ਜਿੱਥੇ ਬੱਚਿਆਂ ਨੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਵਾ, ਜਿੱਥੇ ਉਹਨਾਂ ਦੀ ਸ਼ਖਸੀਅਤ ਨੇ ਪ੍ਰਫੁੱਲਤ ਹੋਣਾ, ਉੱਥੇ ਤੁਸੀਂ ਇੱਕ ਜਗ੍ਹਾ ਦਾ ਨਾਂ ਜਾਂ ਉਸ ਇੰਸਟੀਟਿਊਸ਼ਨ ਦਾ ਨਾਂ ਜਿਹਨੇ ਤੁਹਾਨੂੰ ਐਜੂਕੇਸ਼ਨ ਦੇਣੀ ਹੈ, ਵਿੱਦਿਆ ਨੂੰ ਜਿੱਥੇ ਤੁਸੀਂ ਤੀਜਾ ਨੇਤਰ ਮੰਨਦੇ ਜੇ, ਉੱਥੇ ਗੱਲ ਗਲਤ ਹੈ। ਕਿਉਂਕਿ ਇਹਨਾਂ ਨੇ ਐਸੀ ਫੈਸਲਾ ਲਿਆ, ਅੱਛੀ ਗੱਲ ਹੈ। ਇਹ ਤਾਂ ਹੋ ਗਈ ਵਿਦਿਅਕ ਅਦਾਰਿਆਂ ਦੀ। ਧਾਰਮਿਕ ਅਦਾਰਿਆਂ 'ਚ ਵੀ ਇਹ ਹੈਗਾ। ਕਈ ਗੁਰਦੁਆਰੇ ਬੜੇ ਉਸੇ ਤਰ੍ਹਾਂ ਰੱਖੇ ਆ, ਆਪਣੇ ਜਾਤਾਂ ਬਰਾਦਰੀਆਂ ਦੇ ਨਾਂ 'ਤੇ ਰੱਖੇ ਆ, ਜਾਤਾਂ ਬਰਾਦਰੀਆਂ ਦੇ ਗੋਤਾਂ ਦੇ ਨਾਂ 'ਤੇ ਰੱਖੇ ਆ। ਈਵਨ ਜਿੱਥੇ ਤੁਹਾਡੀ ਸ਼ਮਸ਼ਾਨ ਭੂਮੀ ਆ, ਜਿੱਥੇ ਮੜੀਆਂ ਵਾ, ਉਹ ਵੀ ਇੱਦਾਂ ਰੱਖੀਆਂ ਵੱਖਰੀਆਂ। ਆਹ ਫਲਾਨੀ ਕਮਿਊਨਿਟੀ ਦੀ ਆ, ਫਲਾਨੀ ਕਮਿਊਨਿਟੀ ਦੀ ਹੈ। ਇਹ ਤਾਂ ਗੁਰਬਾਣੀ ਪੜ੍ਹਦੇ ਆ, ਸਾਰਾ ਕੁਝ ਸੋਚਦੇ ਆ, ਸਾਰਾ ਉਪਦੇਸ਼ਾਂ ਨੂੰ ਯਾਦ ਰੱਖਦੇ ਆ, ਪਰ ਉਸ ਤੋਂ ਬਾਅਦ ਜੋ ਪ੍ਰੈਕਟੀਕਲ ਲਾਈਫ ਇਹਨਾਂ ਦੀ ਜਾਂ ਵਿਵਹਾਰਕ ਤੌਰ 'ਤੇ ਜੋ ਕਹਿੰਦੇ ਨੇ, ਉਹ ਬਿਲਕੁਲ ਝੂਠ ਦੀ ਪੰਡ ਹੁੰਦਾ। ਹੁਣ ਇਹਨਾਂ ਨੇ ਦੱਸਿਆ, ਗੌਰਮੈਂਟ ਨੇ ਕੀਤਾ ਡਿਸੀਜਨ ਤੇ ਠੀਕ ਇਹਨਾਂ ਦਾ, ਪਰ ਇਹਨੂੰ ਪ੍ਰੈਕਟੀਕਲ ਤੌਰ 'ਤੇ ਜੇ ਦੇਖਦੇ ਬੰਦ ਕਰਦੇ ਆ। ਬਹੁਤ ਸਕੂਲਾਂ ਦੇ ਨਾਂ ਇੱਦਾਂ ਦੇ ਹੈਗੇ ਜਿਹਦੇ 'ਚ, ਔਰ ਬੱਚੇ ਕੀ ਸਿੱਖਣਗੇ? ਐਜੂਕੇਸ਼ਨ 'ਚ ਕੀ ਸਿੱਖਣਗੇ? ਉਹਨਾਂ ਦੇ ਵਿੱਚ ਇੱਕ ਜਾਤ ਬਰਾਦਰੀ ਗੋਤ ਉਹੀ ਵੜਿਆ ਰਹਿਣਾ ਬੱਚੇ ਨੂੰ। ਇਹ ਬਾਹਰਲੀ ਕੰਟਰੀ 'ਚ ਨਹੀਂ ਹੈਗਾ। ਇਹ ਸਿਰਫ ਜੇ ਹੁੰਦਾ ਤਾਂ ਹਿੰਦੁਸਤਾਨ 'ਚ ਹੁੰਦਾ, ਪੰਜਾਬ 'ਚ ਵੀ ਹੋ ਜਾਂਦਾ ਹੈ ਨਾ, ਹਿਮਾਚਲ 'ਚ ਵੀ ਹੈਗਾ, ਬਾਕੀ ਸੂਬਿਆਂ 'ਚ ਵੀ ਹੈਗਾ। ਬਿਲਕੁਲ ਹੈ, ਗਲਤ ਹੈ। ਗੁਰੂ ਸਾਹਿਬ ਤਾਂ ਸਮਝਾਉਂਦੇ ਨੇ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਤੇ ਸਾਡੇ ਕੋਲ ਇਹ ਵੀ ਉਦਾਹਰਣ ਹੈ, ਥੋੜੇ ਸਮਾਂ ਪਹਿਲਾਂ ਰਾਜਸਥਾਨ ਦੇ ਵਿੱਚ ਇੱਕ ਟੀਚਰ ਨੇ ਬੱਚੇ ਨੂੰ ਕੁੱਟਿਆ ਕਿਉਂਕਿ ਉਹਨੇ ਦੂਸਰੀ ਜਾਤ ਦੇ ਘੜੇ 'ਚੋਂ ਪਾਣੀ ਪੀ ਲਿਆ। ਇੱਕ ਬੱਚੇ ਨੂੰ ਪਿਆਸ ਲੱਗੀ, ਉਹਨੇ ਪਾਣੀ ਪੀ ਲਿਆ, ਬੜੀ ਚਰਚਾ ਰਹੀ ਤੇ ਉਹਦੀ ਡੈਥ ਹੋ ਗਈ ਹੈ। ਇੰਨਾ ਮਾਰਿਆ ਉਹਨੂੰ। ਬਿਲਕੁਲ ਸਹੀ ਗੱਲ, ਬਹੁਤ ਚਰਚਾ ਰਹੀ ਇਹਦੀ। ਔਰ ਬੱਚੇ ਨੂੰ ਮਾਰਨਾ, ਕੁੱਟਣਾ, ਉਹਨੂੰ ਟੌਰਚਰ ਕਰਨਾ ਕਿੰਨੀ ਗਲਤ ਹੈਗਾ। ਕਿਉਂਕਿ ਉਹ ਘੜਾ ਸੋਨੇ ਦਾ ਬਣਿਆ ਸੀਗਾ, ਕੋਈ ਬੱਚਾ ਹੱਥ ਨਹੀਂ ਸੀ ਲਾ ਸਕਦਾ, ਕੋਈ ਸੋਨਾ ਲੈ ਗਿਆ ਉਹਦੇ 'ਚੋਂ। ਔਰ ਉਹ ਤੁਹਾਡੇ ਜਿਹੜਾ ਮਾਰ ਰਿਹਾ ਉਹਨੂੰ ਨਹੀਂ ਪਤਾ ਮੇਰੇ ਬੱਚੇ ਆ।
ਕੱਲ ਨੂੰ ਉਹਦੇ ਬੱਚੇ ਦੇ ਜੇ ਲੱਫੜ ਮਾਰੂਗਾ, ਚਪੇੜ ਮਾਰੂਗਾ ਤਾਂ ਉਹਨੂੰ ਕਿਸ ਤਰ੍ਹਾਂ ਦਾ ਮਹਿਸੂਸ ਸੋ ਇਦਾਂ ਦੀ ਸੋਚ ਦਾ ਬੰਦਾ ਟੀਚਰ ਹੋਣ ਦੇ ਲਾਇਕ ਹੈ? ਨਹੀਂ ਹੈ, ਬਿਲਕੁਲ। ਉਹਨੂੰ ਟੀਚਰ ਬਣਾਉਣਾ ਹੀ ਨਹੀਂ ਚਾਹੀਦਾ। ਉਹਨੂੰ ਤਾਂ ਹਜੇ ਆਪ ਪੜ੍ਹਨ ਦੀ ਲੋੜ ਹੈ। ਹਾਂ, ਆਪ ਉਹ ਕੀ ਪੜਾਊਗਾ? ਆਪ ਸਿੱਖੇ ਹਜੇ, ਹਾਂ। ਉਹਨੂੰ ਇੰਨਾ ਨਹੀਂ ਪਤਾ ਲੱਗਾ ਇਨਸਾਨ ਤੇ ਇਨਸਾਨ ਦੇ ਵਿੱਚ ਫਰਕ ਕਰਦਾ ਪਿਆ। ਮੈਂ ਤਾਂ ਬਲਕਾਰ ਜੀ ਕਈ ਵਾਰ ਇਹ ਵੀ ਸੋਚਦਾ ਕਿ ਵੱਡੇ ਵੱਡੇ ਕਾਲਜਾਂ ਦੇ ਵਿੱਚ ਨਾ ਉੱਥੇ ਵੀ ਡਰੈਸ ਹੋਣੀ ਚਾਹੀਦੀ, ਯੂਨੀਫਾਰਮ ਹੋਣੀ ਚਾਹੀਦੀ ਹੈ, ਜਿਵੇਂ ਸਕੂਲਾਂ 'ਚ ਹੈ। ਇਕੁਐਲਿਟੀ ਹੋ ਜੇ ਨਾ ਲੋਕ, ਬਿਲਕੁਲ ਇਕੁਐਲਿਟੀ ਹੋਣੀ ਚਾਹੀਦੀ। ਕਿਉਂਕਿ ਤੁਸੀਂ ਕਦੀ ਜਾਓ ਕਿਸੇ ਕਾਲਜ 'ਚ, ਵੱਡੇ ਕਾਲਜ 'ਚ, ਅਮੀਰ ਆਦਮੀਆਂ ਦੇ ਬੱਚੇ ਉਹ ਇਦਾਂ ਆਣਗੇ ਜਿਵੇਂ ਕੋਈ ਫੈਸ਼ਨ ਸ਼ੋਅ ਤੇ ਚੱਲੇ ਨੇ। ਇੱਕ ਜਿਹੜਾ ਮਤਲਬ ਅਮੀਰ ਘਰ ਦਾ ਬੱਚਾ, ਇੱਕ ਆਮ ਲੋਕ ਨੇ। ਹੁਣ ਆਮ ਲੋਕਾਂ ਦੇ ਪੋਸ਼ਾਕ ਆਮ ਹੋਏਗੀ, ਅਮੀਰ ਘਰਾਂ ਦੀ ਅਮੀਰ ਹੋਏਗੀ। ਫਿਰ ਉੱਥੇ ਜਾ ਕੇ ਮਨ ਖੱਟਾ ਪੈਂਦਾ। ਇੱਕ ਵੱਡੀ ਕਾਰ 'ਚ ਆ ਰਿਹਾ, ਇੱਕ ਲੋਕਲ ਬੱਸ ਤੇ ਆ ਰਿਹਾ, ਫਰਕ ਪੈਂਦਾ। ਇੱਕ ਸਾਈਕਲ ਤੇ ਆ ਰਿਹਾ, ਇੱਕ ਟਰੈਕਟਰ ਤੇ ਚੜ੍ਹੇ ਆ ਰਿਹਾ। ਉਹ ਇਸੇ ਤਰ੍ਹਾਂ ਹੀ ਆ। ਅਸਲ 'ਚ ਪ੍ਰੋਬਲਮ ਇਹ ਹੈਗੀ ਆ ਕਿ ਪੈਸੇ ਦਾ ਬੋਲਬਾਲਾ ਜਿੱਥੇ ਹੈਗਾ ਉੱਥੇ ਉਹਦਾ ਜ਼ੋਰ ਆ। ਉਹਦਾ ਜਿੱਦਾਂ ਆਂਦੇ ਵੀ ਤਕੜੇ ਦਾ 37ਵੀਂ 100 ਹੁੰਦਾ, ਉਹੀ ਗੱਲ ਚੱਲਦੀ ਹੈ। ਸਿਰਫ ਇਹਨਾਂ ਨੂੰ ਜੇ ਕਰਨੀ ਆ ਤਾਂ ਸੁਸਾਇਟੀ 'ਚ ਹੋਈ ਜਾਂਦਾ, ਉਹ ਤਾਂ ਨਹੀਂ ਰੋਕ ਸਕਦੇ। ਬੱਚਿਆਂ ਨੂੰ ਤਾਂ ਘੱਟੋ ਘੱਟ ਬਚਾਉਣ ਇੱਥੋਂ, ਜਿੱਥੇ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਆ, ਜਿੱਥੇ ਬੱਚਿਆਂ ਨੇ ਬਹੁਤ ਪੜ੍ਹ ਲਿਖ ਕੇ ਆਪਣੀ ਪਰਸਨੈਲਿਟੀ ਡਿਵੈਲਪ ਕਰਨੀ ਆ, ਉਹਨੂੰ ਤਾਂ ਵੇਖਣਾ ਚਾਹੀਦਾ ਕਿ ਬੱਚੇ ਦਾ ਜਿਹੜਾ ਸਰਵਪੱਖੀ ਵਿਕਾਸ ਤਾਂ ਹੋਣ ਦਿਓ। ਬੱਚਾ ਜਦੋਂ ਜੰਮਿਆ ਉਹਨੂੰ ਨਹੀਂ ਪਤਾ ਕਿਸੇ ਕਾਸਟ ਦਾ, ਉਹਨੂੰ ਨਹੀਂ ਪਤਾ ਕਿਸੇ ਗੋਤ ਦਾ, ਉਹਨੂੰ ਨਹੀਂ ਪਤਾ ਕਿਸੇ ਦੁਨੀਆ ਦਾ। ਉਹ ਸਿਰਫ ਆਉਂਦਾ ਤੇ ਬੱਚਿਆਂ ਵਰਗਾ ਹੀ ਆਉਂਦਾ। ਉਹਨੂੰ ਤਰੀਕੇ ਨਾਲ ਤਾਂ ਰਹਿਣ ਦਿਓ। ਜੇ ਤੁਸੀਂ ਆਪ ਗਲਤ ਮਾਰਗ 'ਤੇ ਚੱਲ ਰਹੇ ਜੇ, ਜਾਂ ਤੁਸੀਂ ਉੱਤੇ ਕੋਈ ਨਾ ਕੋਈ ਤੋੜ ਭੰਨ ਲਾ ਛੱਡੀ ਹੈ, ਘੱਟੋ ਘੱਟ ਬੱਚੇ ਨੂੰ ਤਾਂ ਬਚਾ ਲਓ। ਉਹਦੇ 'ਤੇ ਇਹ ਰੰਗ ਨਾ ਦਿਓ। ਪਹਿਲਾਂ ਇਹ ਕਹਿੰਦੇ ਸੀ ਕਿ ਜਿਹੜੇ ਬੁਨਿਆਦੀ ਤੌਰ 'ਤੇ ਐਜੂਕੇਸ਼ਨ, ਪ੍ਰਾਇਮਰੀ ਐਜੂਕੇਸ਼ਨ, ਇਹ ਬਾਹਰਲੇ ਦੇਸ਼ਾਂ 'ਚ ਬਹੁਤ ਖਿਆਲ ਰੱਖਦੇ, ਇਸ ਤਰ੍ਹਾਂ ਦਾ ਖਿਆਲ ਰੱਖਦੇ ਕਿ ਇਹ ਇਸ ਤਰ੍ਹਾਂ ਦਾ ਬੁਨਿਆਦੀ ਤੌਰ 'ਤੇ ਕੱਚਾ ਘੜਾ ਹੁੰਦਾ, ਜਿਹਦੇ 'ਤੇ ਜੋ ਕੁਛ ਅਸੀਂ ਰੰਗ ਦੇ ਦਿੱਤਾ ਸਾਰੀ ਉਮਰ ਉਹੀ ਰਹਿਣਾ, ਤਾਂ ਕਿ ਬੱਚਿਆਂ ਨੂੰ ਇਸ ਤਰੀਕੇ ਨਾਲ ਰੱਖਿਆ ਜਾਵੇ ਕਿ ਉਹ ਸੋਚ ਸਕਣ। ਅੱਜ ਆਪਾਂ ਵੀ ਜੋ ਕੁਝ ਬੋਲਦੇ ਹਾਂ, ਜੋ ਆਪਾਂ ਗੱਲ ਕਰਦੇ ਹਾਂ, ਸਿਰਫ ਉਹ ਪੜ੍ਹਾਈ ਹੈ ਜਿਸ ਟੀਚਰ ਨੇ ਸਾਨੂੰ ਪੜ੍ਹਾਇਆ, ਜਿਸ ਨੇ ਲਿਖਾਇਆ। ਅਸੀਂ ਉਹਦੀ ਬਾਣੀ ਜਾਂ ਉਹਦੀ ਗੱਲ ਕਰ ਰਹੇ ਹਾਂ, ਉਹਦੀ ਜੋ ਗੱਲ ਮੂੰਹ 'ਚੋਂ ਨਿਕਲੀ ਉਹੀ ਗੱਲਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ। ਪਰ ਰਹੀ ਗੱਲ ਜਿਹੜੀ ਬਾਅਦ 'ਚ ਜੋ ਅਸੀਂ ਸਿੱਖਦੇ ਹਾਂ ਜਾਂ ਕਰਦੇ ਹਾਂ, ਉਹ ਅਸੀਂ ਲੋਕਾਂ ਨਾਲ ਮਿਲ ਕੇ ਉਹ ਸੋਚਦੇ ਹਾਂ। ਜਿਹੜੇ ਲੋਕ ਜਿੱਦਾਂ ਚੱਲਦੇ ਆ ਆਪਾਂ ਵੀ ਉੱਦਾਂ ਦਾ ਚੱਲਦੇ ਹਾਂ। ਇਹ ਹੁੰਦਾ ਨਾ ਕਿ ਉਹ ਬਾਬੇ ਫਰੀਦ ਦੇ ਸ਼ਲੋਕ ਵੀ ਇਸੇ ਤਰ੍ਹਾਂ ਦੇ ਹੈਗੇ ਆ ਕਿ ਜੇ ਤੂੰ ਅਕਲ ਲਤੀਫ ਹੈ ना, बुरे लिखे ना लेख, काले लिखना लेख, अपने ही गरिमान में सिर नीवा कर देख। घट्टो घट्ट अपनी सैल्फ असर्शन, अपना अंदरूनी देखो तो मैं की कर रहा। जे बंदे जे सोच आ जाए ना कि मैं यार माड़ा वा, मैं घट्टो घट्ट अपने नूं सवार ਲਾਂ, ਉਹ ਦੂਜਿਆਂ ਦੀ ਨੁਕਤਾਚੀ ਨਹੀਂ ਕਰੂਗਾ। ਯਾਰ ਉਹ ਕੀ ਕਰੀ ਜਾਂਦਾ, ਫਲਾਣਾ ਕੀ ਕਰੀ ਜਾਂਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਬਾਰੇ ਕੌਣ ਕੀ ਬੋਲ ਰਿਹਾ। ਮੈਂ ਵੀ ਮੇਰੀ ਪਿੱਠੇ ਬੋਲ ਰਿਹਾ, ਬਿਲਕੁਲ ਸਹੀ ਗੱਲ, ਪਿੱਠੇ ਬੋਲਦੇ ਜਾਂ ਅੱਗੇ ਬੋਲਦੇ ਆ। ਮੈਂ ਘੱਟੋ ਘੱਟ ਇਹ ਤਾਂ ਜਾਣਕਾਰੀ ਲੈ ਲਾਂ। ਉਹ ਲੋਕਾਂ ਦੀ ਨੁਕਤਾਚੀ ਨਹੀਂ ਕਰੂਗਾ, ਲੋਕਾਂ ਨੂੰ ਮਾੜਾ ਕਹੂਗਾ, ਪਰ ਉਹ ਕਹੂਗਾ ਕਿ ਮੈਂ ਤਾਂ ਸੋਨਾ ਵਾਂ, ਮੈਂ ਤਾਂ ਪਿੱਤਲ ਹੈ। ਬਿਲਕੁਲ, ਹਮੇਸ਼ਾ ਬਜ਼ੁਰਗ ਕਹਿੰਦੇ ਨੇ ਕਿ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਦੇਖੋ। ਆਈ ਹੋਈ ਹੈ। ਸੋ ਚੱਲਿਆ ਜਾਵੇ ਬਲਕਾਰ ਜੀ, ਜ਼ਰੂਰ ਬਕਾਇਦਾ ਸਮਾਂ ਕਹਿ ਰਿਹਾ ਕਿ ਇਸ ਵੇਲੇ ਪੂਰਾ ਸਮਾਂ ਹੋ ਗਿਆ, ਚਾਲੇ ਪਾਏ ਜਾਣ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਬਣਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।